हालेलुया हालेलुया। प्रभु यीशु मसीह ਵਿੱਚ ਤੁਹਾਡੀ ਸਲਾਮਤੀ ਹੋਵੇ। खुदावंद यीशु मसीह ਦਾ ਧੰਨਵਾਦ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਮੌਕਾ ਦਿੱਤਾ ਵੀ ਅਸੀਂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਵਡਿਆਈ ਕਰ ਸਕੀਏ। ਔਰ ਮੇਰਾ ਵਿਸ਼ਵਾਸ ਹੈ ਤੁਸੀਂ ਸਭ ਸਹੀ ਸਲਾਮਤ ਹੋਵੋਗੇ। खुदावंद यीशु मसीह ਨੇ ਤੁਹਾਨੂੰ ਸੰਭਾਲ ਕੇ ਰੱਖਿਆ ਔਰ ਪਰਮੇਸ਼ਵਰ ਨੇ ਤੁਹਾਨੂੰ ਤੰਦਰੁਸਤੀ ਦਿੱਤੀ ਆ ਵੀ ਤੁਸੀਂ ਅੱਜ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਸਹੀ ਸਲਾਮਤ ਬੈਠੇ ਹੋ ਔਰ ਮਿਲ ਕੇ खुदावंद ਦੀ ਮਹਿਮਾ ਕਰ ਰਹੇ ਹੋ, ਉਹਦੇ ਨਾਮ ਦੀ ਵਡਿਆਈ ਕਰ ਰਹੇ ਹੋ। ਤੇ ਮੇਰਾ ਵਿਸ਼ਵਾਸ ਹੈ ਅੱਜ ਦੇ ਦਿਨ ਵੀ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਹੋਗੇ खुदावंद ਦੀ। ਹਾਲੇਲੂਇਆ। और जिन्हें भी इंडिया दे विच ने तुसीं सारे ब्लैस हो। पाकिस्तान तो अमेरिका कैनेडा यूके यूरोप दे विच अरब कंट्री दे विच एशिया दे विच जिथे भी हो तुसीं सारे ब्लैस हो यीशु मसीह के नाम में आमीन हालेलुया। और मैं दुबूर जी दी कलीसिया नूं बहुत मिस कर रहा कि परमेश्वर जल्द तो जल्द इस मुसीबत नूं महामारी नूं खत्म करे और फिर तो लोग खुदावंद दे नाल परमेश्वर दे नाल संगति कर सकन इकट्ठे होके। संगति परमेश्वर नाल तां असीं घरां दे विच बैठ के कर रहे हां, पर जिहड़ा एक इकट्ठे होना संगति करनी इकट्ठे होके बैठ के तां ओहदा एक वखरा ही नज़ारा वा। हालेलुया। और अज मेरा विषय जो आ अज दा जो टॉपिक आ भी खुदावंद यीशु मसीह साडे ते अज रो रहा वा जां हस रहा वा, जां परमेश्वर साडे तो हैप्पी है या सैड है परमेश्वर साडे तो। ਅੱਜ ਤੁਸੀਂ ਆਪਣੀ ਜਾਂਚ ਕਰਨੀ ਆ ਵੀ खुदावंद यीशु मसीह ਸਾਡੇ ਤੇ ਹੈਪੀ ਆ ਜਾਂ ਸੈਡ ਆ, ਜਾਂ ਪਰਮੇਸ਼ਵਰ ਕਰਾਈ ਕਰ ਰਿਹਾ, ਪਰਮੇਸ਼ਵਰ ਰੋ ਰਿਹਾ। ਰੋਂਦਾ ਤਾਂ ਨਹੀਂ ਪਿਆ ਪਰਮੇਸ਼ਵਰ ਮੇਰੇ ਵੱਲ ਦੇਖ ਕੇ, ਕਿਉਂਕਿ ਜਦੋਂ ਅਸੀਂ ਉਤਪਤੀ ਦੀ ਕਿਤਾਬ ਪੜ੍ਹਦੇ ਹਾਂ, 6 ਭਾਗ ਪੜ੍ਹਦੇ ਹਾਂ, ਪਰਮੇਸ਼ਵਰ ਉਦਾਸ ਹੋਇਆ ਸੀ, ਰੰਜ ਹੋਇਆ ਸੀ, ਰੋਇਆ ਸੀ खुदावंद यीशु मसीह। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪਾਮ ਸੰਡੇ ਲੰਘਿਆ, ਗੁੱਡ ਫਰਾਈਡੇ, ਈਸਟਰ ਲੰਘ ਗਿਆ। ਜੋ ਤੁਸੀਂ ਕਹਿੰਦੇ ਹੋ ਅਸੀਂ ਈਸਟਰ ਮਨਾਇਆ ਵੀ ਪ੍ਰਭੂ ਯਿਸੂ ਮਸੀਹ ਜੀ ਉੱਠਣ ਦਾ ਦਿਨ शुक्रवार गुड फ्राइडे, फिर उस तो पहले तुसीं पाम संडे मनाया। और ਉਹਦੇ ਵਿੱਚ ਇੱਕ ਚੀਜ਼ ਦੱਸਣਾ ਚਾਹੁੰਦਾ ਮੈਂ, ਇਹਨਾਂ ਤਿੰਨਾਂ ਚੀਜ਼ਾਂ ਦੇ ਅੰਦਰ, ਇਹਨਾਂ ਤਿੰਨਾਂ ਤਿਉਹਾਰਾਂ ਦੇ ਅੰਦਰ ਇੱਕ ਚੀਜ਼ ਹੈ ਬਹੁਤ ਅੱਛੀ, ਬਹੁਤ ਖਾਸ, ਜਿਹਦੇ ਉੱਤੇ ਫੋਕਸ ਕਰਨ ਦੀ ਜ਼ਰੂਰਤ ਹੈ, ਸਾਨੂੰ ਧਿਆਨ ਦੇਣ ਦੀ ਜ਼ਰੂਰਤ ਆ ਵੀ ਪਰਮੇਸ਼ਵਰ ਸਾਡੇ ਤੋਂ ਕੀ ਚਾਹੁੰਦਾ। खुदावंद यीशु मसीह ਸਾਡੇ ਤੋਂ ਕੀ ਚਾਹੁੰਦਾ ਕੀ ਆ। ਅੱਜ ਜੇ ਤੁਸੀਂ ਘਰਾਂ ਵਿੱਚ ਬੈਠੇ ਹੋ ਤੇ ਇਸ ਟਾਈਮ ਨੂੰ ਵੇਸਟ ਨਾ ਕਰੋ। ਜੇ ਤੁਹਾਨੂੰ ਘਰਾਂ ਵਿੱਚ ਸਮਾਂ ਮਿਲਿਆ ਇਸ ਸਮੇਂ ਨੂੰ ਗਵਾਓ ਨਾ। 21 ਦਿਨ ਤੁਹਾਨੂੰ ਪਹਿਲਾਂ ਮਿਲੇ ਨੇ, 19 ਦਿਨ ਹੁਣ ਮਿਲੇ ਨੇ, ਟੋਟਲ 40 ਦਿਨ ਹੋ ਗਏ ਨੇ। ਇਹ 40 ਦਿਨ ਦਾ ਤੁਹਾਨੂੰ ਸਮਾਂ ਮਿਲਿਆ, ਇਸ ਸਮੇਂ ਨੂੰ ਪਰਮੇਸ਼ਵਰ ਦੇ ਲਈ ਵਰਤੋ, ਇਸਤੇਮਾਲ ਕਰੋ। 40 ਦਿਨਾਂ ਦੇ ਵਿੱਚ 40 ਦਿਨਾਂ ਦੇ ਅੰਦਰ ਆਪਣੇ ਅੰਦਰ ਪਰਿਵਰਤਨ ਲੈ ਕੇ ਆਓ। ਯਿਸੂ ਮਸੀਹ ਨੇ 40 ਦਿਨ ਦੀ ਫਾਸਟਿੰਗ ਕੀਤੀ ਤਾਂ ਯਿਸੂ ਮਸੀਹ ਨੇ ਸਮਰਥ ਨੂੰ ਪਾਇਆ। परिवर्तन होना चाहिए ਤੁਹਾਡੇ ਅੰਦਰ, ਤੁਹਾਡੀ ਆਤਮਿਕ ਸਟਰੈਂਥ ਵਧਣੀ ਚਾਹੀਦੀ ਆ, ਤੁਹਾਡਾ ਆਤਮਿਕ ਲੈਵਲ ਵਧਣਾ ਚਾਹੀਦਾ, ਪਾਪ ਤੋਂ ਗੁਨਾਹ ਤੋਂ ਤੁਸੀਂ ਮੁੜਨਾ ਚਾਹੀਦਾ 40 ਦਿਨਾਂ ਦੇ ਅੰਦਰ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਜਿੰਨੇ ਵੀ ਲੋਕ ਸੀ ਜਿਹੜੇ ਖਾਸ ਕਰਕੇ ਯੂਕੇ, ਅਮਰੀਕਾ, ਕੈਨੇਡਾ, ਇਟਲੀ, ਫਰਾਂਸ, ਜਰਮਨ, ਬੈਲਜੀਅਮ, ਜਿੱਥੇ ਵੀ ਸੀ ਇਹ ਲੋਕ ਕਹਿੰਦੇ ਸੀਗੇ ਸਾਡੇ ਤੋਂ ਸਮਾਂ ਹੈ ਨਹੀਂ, ਆਈ ਐਮ ਟੂ ਮੱਚ ਬਿਜ਼ੀ, ਮੈਂ ਬਿਜ਼ੀ ਬਹੁਤ ਐ, ਮੇਰੇ ਤੋਂ ਸਮਾਂ ਹੀ ਨਹੀਂ ਆ। ਤਾਂ ਹੁਣ ਤੁਹਾਨੂੰ ਪ੍ਰਭੂ ਯਿਸੂ ਮਸੀਹ ਨੇ ਸਮਾਂ ਦਿੱਤਾ, ਫ੍ਰੀ ਕਰਤਾ। ਤੁਹਾਡੇ ਬਾਪ, ਮਾਂ, ਪਤੀ, ਪਤਨੀ, ਬੱਚੇ ਹਰ ਇੱਕ ਜਨ ਫ੍ਰੀ ਆ। ਘਰਾਂ ਦੇ ਵਿੱਚ ਬੈਠੇ ਆ ਤੁਸੀਂ ਤੇ ਇਸ ਸਮੇਂ ਦਾ ਪਰਮੇਸ਼ਰ ਨੇ ਹਿਸਾਬ ਲੈਣਾ ਤੇ ਤੁਸੀਂ ਕੋਈ ਐਕਸਕਿਊਜ਼ ਨਹੀਂ ਦੇ ਸਕਦੇ ਪ੍ਰਭੂ ਯਿਸੂ ਮਸੀਹ ਨੂੰ ਵੀ ਪ੍ਰਭੂ ਜੀ ਮੈਂ ਤਾਂ ਬਿਜ਼ੀ ਬਹੁਤ ਸੀ, ਜੇ ਮੈਂ ਕੰਮ ਨਾ ਕਰਦਾ ਮੈਂ ਘਰ ਦਾ ਰੈਂਟ ਕਿੱਥੋਂ ਦੇਣਾ ਸੀ, ਮੈਂ ਬਿਜਲੀ ਦਾ ਬਿੱਲ ਕਿੱਥੋਂ ਦੇਣਾ ਸੀ, ਮੈਂ ਹੀਟ ਦਾ ਬਿੱਲ ਕਿੱਥੋਂ ਦੇਣਾ ਸੀ, ਮੈਂ ਪਾਣੀ ਦਾ ਬਿੱਲ ਕਿੱਥੋਂ ਦੇਣਾ ਸੀਗਾ, ਮੈਂ ਬੱਚਿਆਂ ਦੀ ਫੀਸ ਕਿੱਥੋਂ ਤਾਰਨੀ। ਹੁਣ ਹਰੇਕ ਜਨ ਇੰਡੀਆ, ਪੂਰੇ ਵਰਲਡ ਦੇ ਵਿੱਚ ਹਰੇਕ ਜਨ ਆਪਣੇ ਘਰ ਵਿੱਚ ਬੈਠਾ ਵਾ ਇਸ ਟਾਈਮ ਲਾਕਡਾਊਨ ਦੇ ਦੌਰਾਨ, ਤੇ ਤੁਹਾਡੇ ਤੋਂ ਸਮਾਂ ਵਾ ਪ੍ਰਾਰਥਨਾ ਕਰਨ ਦਾ, ਮਨ ਫਿਰਾਉਣ ਦਾ, ਆਪਣੇ ਅੰਦਰ ਬਦਲਾਵ ਲਿਆਉਣ ਦਾ ਇੱਕ ਸਮਾਂ ਵਾ। ਇਹ ਸਮਾਂ ਗਵਾਓ ਨਾ। ਘਰਾਂ ਵਿੱਚ ਬੈਠ ਕੇ ਤਾਸ਼ ਖੇਡਣ ਦਾ ਸਮਾਂ ਨਹੀਂ ਆ, ਪਬਜੀ ਖੇਡਣ ਦਾ ਸਮਾਂ ਨਹੀਂ ਆ, ਟਿਕਟੌਕ ਬਣਾਉਣ ਦਾ ਸਮਾਂ ਨਹੀਂ ਆ, ਫਿਲਮਾਂ ਦੇਖਣ ਦਾ ਸਮਾਂ ਨਹੀਂ ਆ, ਕਮੇਡੀ ਨਾਟਕ ਦੇਖਣ ਦਾ ਸਮਾਂ ਨਹੀਂ ਆ। ਇਹ ਸਮਾਂ ਸਾਨੂੰ ਪਰਮੇਸ਼ਰ ਨਾਲ ਬਿਤਾਉਣ ਦਾ ਵਾ ਵੀ ਅਸੀਂ ਇਸ ਸਮੇਂ ਨੂੰ ਵਿਅਰਥ ਨਾ ਗਵਾਈਏ, ਸਮੇਂ ਨੂੰ ਪਰਮੇਸ਼ਰ ਦੇ ਨਾਲ ਜੋੜੀਏ, ਸਮੇਂ ਦੇ ਦੁਆਰਾ ਪਰਮੇਸ਼ਰ ਨਾਲ ਜੁੜ ਜਾਈਏ, ਸਮੇਂ ਦੇ ਮੁਤਾਬਕ ਪਰਮੇਸ਼ਰ ਦੇ ਨਾਲ ਚੱਲੀਏ, ਖੁਦਾਵੰਦ ਦੇ ਵਿੱਚ ਵਧੀਏ। ਇਸ ਸਮੇਂ ਨੂੰ ਵਿਅਰਥ ਨਾ ਲਵੋ, ਇਸ ਸਮੇਂ ਨੂੰ ਗਵਾਓ ਨਾ। ਇੱਕ ਸਮੇਂ ਦਾ ਹਿਸਾਬ ਲੈਣਾ ਪਰਮੇਸ਼ਵਰ ਨੇ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਖੁਦਾਵੰਦ ਤੇਰੇ ਕੰਮਾਂ ਦੇ ਅਨੁਸਾਰ ਨਿਆਂ ਕਰੇਗਾ, ਚਾਹੇ ਗੱਲ ਚੰਗੀ ਹੋਵੇ ਚਾਹੇ ਮਾੜੀ ਹੋਵੇ। ਪਰਮੇਸ਼ਵਰ ਨੇ ਹਿਸਾਬ ਲੈਣਾ ਇਸ ਸਮੇਂ ਦਾ। ਜਿਹੜੇ 40 ਦਿਨ ਤੁਹਾਨੂੰ ਮਿਲੇ ਨੇ ਇਹਨਾਂ 40 ਦਿਨਾਂ ਦਾ ਹਿਸਾਬ ਲੈਣਾ ਪਰਮੇਸ਼ਵਰ ਨੇ ਤੁਹਾਡੇ ਤੋਂ। ਤੁਸੀਂ ਇਹ ਨਹੀਂ ਕਹਿ ਸਕਦੇ ਪ੍ਰਭੂ ਜੀ ਮੇਰੇ ਤੋਂ ਤਾਂ ਟਾਈਮ ਹੀ ਨਹੀਂ ਸੀ, ਮੈਂ ਚਰਚ ਨਹੀਂ ਸੀ ਜਾ ਸਕਦਾ। ਪ੍ਰਭੂ ਨੇ ਕਹਿਣਾ ਤੂੰ ਘਰ 'ਚ ਬੈਠ ਕੇ ਵੀ ਦੁਆ ਕਰ ਸਕਦਾ ਸੀ।
घर च बैठ के भी प्रार्थना कर सकता सी। ये जिहड़े तुहानूं 40 दिन मिले ने, मां बाप भैन भरा सारे इकट्ठे ने, घरां दे विच तुहाडे तों समां प्रार्थना करन दा, पापां तों तौबा करन दा, मन फिराउण दा। जे तुसीं हुण ना तौबा कीती फिर समां नहीं मिलना, फिर तो तुसीं अपनी बिजी लाइफ विच बिजी हो जाओगे। घर परिवार काम करना, पैसे कमाने, घर नूं पालना, बच्चों नूं पढ़ाउणा लिखाउणा, फिर तो बिजी। हुण समां वा, इस समय दे विच परमेश्वर दे नाल इनकाउंटर करो, परमेश्वर दे नाल समां बिताओ। देखो तुहाडी जिंदगी विच ब्लैसिंग आऊगी। देखो परमेश्वर तुहानूं ब्लैस करूगा, आत्मा नाल भरूगा, ब्लैस करूगा परमेश्वर तुहानूं। हालेलुया, तारीफ कर सकते हैं यीशु मसीह दे लई। ओ रबा मासा खेंदेरी अल रबे, हालेलुया। इस समय दा फायदा लवो, जिहड़ा समा तुहानूं मिलिया 40 दिन दा। ये समा वध भी सकदा वा, स्थिति नूं देख के, प्रॉब्लम नूं देख के समा वध सकदा, ते तुहाडे फायदे लई आ भी वो समा वध तों वध असीं परमेश्वर नाल बिता सकदे हां। हालेलुया। मेरी एक गल नूं ध्यान दे विच रखो, ਜਿਹੜੇ ਕਹਿੰਦੇ ਸੀ ਨਾ ਅਸੀਂ ਬਹੁਤ ਬਿਜ਼ੀ ਆ, ਪਰਮੇਸ਼ਰ ਨੇ ਉਹਨਾਂ ਨੂੰ ਵੀ ਫ੍ਰੀ ਕਰਤਾ। ਕੋਈ ਵੀ ਹੁਣ ਬਿਜ਼ੀ ਨਹੀਂ ਆ, ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਫ੍ਰੀ ਆ ਪ੍ਰਭੂ ਨੇ ਕੀਤੇ ਹੋਏ। ਸਭ ਨੂੰ ਸਮਾਂ ਦਿੱਤਾ ਪ੍ਰਾਰਥਨਾ ਦਾ, ਤੇ ਪ੍ਰਾਰਥਨਾ 'ਚ ਵਧੋ, ਦੁਆ ਕਰੋ ਵੀ ਖੁਦਾਵੰਦ ਦੇ ਸਮੇਂ ਨੂੰ ਸਹੀ ਇਸਤੇਮਾਲ ਕਰਾਵੇ ਸਾਡੇ ਤੋਂ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਮਸੀਹ ਵਿੱਚ ਕੀਤੀ ਗਈ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ, ਤੇ ਤੁਹਾਡੀ ਮਿਹਨਤ ਵਿਅਰਥ ਨਹੀਂ ਜਾਊਗੀ। ਜਿਹੜੀ ਤੁਸੀਂ ਮਸੀਹ ਦੇ ਵਿੱਚ ਮਿਹਨਤ ਕਰ ਰਹੇ ਹੋ, ਇਹ ਮਿਹਨਤ ਵਿਅਰਥ ਨਹੀਂ ਜਾਣੀ। ਇਸ ਮਿਹਨਤ ਦਾ ਤੁਹਾਨੂੰ ਫਲ ਮਿਲੇਗਾ। ਔਰ ਪ੍ਰਾਰਥਨਾ ਕਰੋ, ਇਹ ਜਿਹੜੇ ਤੁਹਾਨੂੰ ਦਿਨ ਮਿਲੇ ਨੇ 1 ਮਈ ਤੱਕ ਤੁਹਾਨੂੰ ਜਿਹੜਾ ਤਰੀਕ ਮਿਲੀ ਆ, ਤਾਂ ਉਹਨਾਂ ਦਿਨਾਂ ਤੱਕ ਦੁਆ ਕਰੋ, ਫਾਸਟਿੰਗ 'ਚ ਜਾਓ, ਪ੍ਰਾਰਥਨਾ ਕਰੋ ਪਰਮੇਸ਼ਵਰ ਦੇ ਅੱਗੇ ਵੀ ਖੁਦਾਵੰਦ ਅਸੀਂ ਤੇਰੇ ਕਰੀਬ ਆਈਏ ਪ੍ਰਾਰਥਨਾ ਦੇ ਦੁਆਰਾ, ਵਚਨ ਦੇ ਦੁਆਰਾ। ਵੀ ਇਹ ਪਹਿਲਾਂ ਬਹਾਨੇ ਸੀ ਜੇ ਅਸੀਂ ਚਰਚ ਸੰਡੇ ਤਾਂ ਨਹੀਂ ਆ ਸਕਦੇ ਜੀ, ਸਾਡਾ ਕੰਮ ਹੁੰਦਾ, ਸਾਡੀ ਡਿਊਟੀ ਆ, ਸਾਡੇ ਤੋਂ ਮੀਟਿੰਗ ਤਾਂ ਨਹੀਂ ਅਟੈਂਡ ਹੁੰਦੀ, ਅਸੀਂ ਬਹੁਤ ਬਿਜ਼ੀ ਆ, ਮੈਨੂੰ 2 ਸ਼ਿਫਟਾਂ ਕਰਨੀਆਂ ਪੈਂਦੀਆਂ, ਮੇਰੀ ਡਬਲ ਸ਼ਿਫਟ ਆ। ਹੁਣ ਤੁਹਾਡੀ ਸਿੰਗਲ ਸ਼ਿਫਟ ਵੀ ਨਹੀਂ ਆ, ਹੁਣ ਤੁਹਾਡੇ ਤੋਂ ਦੁਆ ਦਾ ਸਮਾਂ ਵਾ, ਤੇ ਸਮਾਂ ਦੁਆ ਦੇ ਵਿੱਚ ਬਿਤਾਓ, ਪ੍ਰਾਰਥਨਾ ਕਰੋ, ਪ੍ਰੇਅਰ ਕਰੋ, ਅਰਦਾਸ ਕਰੋ, ਪਰਮੇਸ਼ਵਰ ਦਾ ਸਿਮਰਨ ਕਰੋ, ਤਾਂ ਦੇਖੋ ਖੁਦਾਵੰਦ ਤੁਹਾਨੂੰ ਬਲੈਸ ਕਰੇਗਾ। ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਤੁਹਾਨੂੰ ਬਲੈਸ ਕਰੇਗਾ, ਆਪਣੇ ਕੰਮਾਂ ਲਈ ਇਸਤੇਮਾਲ ਕਰੇਗਾ। ਹਾਲੇਲੂਇਆ, तारीफ करो यीशु मसीह दे लई, धन्यवाद हो यीशु, ग्लोरी जीसस, हालेलुया, 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 हालेलुया। और जिस तरह मैं तुहानूं दस्सिया जी कि परमेश्वर अज साडे ते रो रहा साडे हालातां नूं देख के, क्योंकि मनुख इन्ने वड्डे कष्ट विच दे होण दे बावजूद भी अपने मन नहीं फिरा रहा, तौबा नहीं कर रहा, अपने अंदर जिहड़ी मैल आ, अपने अंदर जिहड़ी गंदगी आ, वो गंदगी नूं नहीं कढदा। बाहरों जिन्नी वारी मर्जी नहालो, जे अंदरों ही तुहाडे सफाई नहीं है, नहाउण दा फायदा ही कोई नहीं है। देखो जदों असीं पाम संडे मनाउने आ, खजूरी ऐतवार कहंदे ने, खजूरां दा ऐतवार जिहड़ा कहंदे ने, जदों तुसीं ओहदे बारे पढ़दे हो, प्रभु यीशु मसीह जदों यरूशलेम नूं गया गधी दे बच्चे ते सवार होके, उत्थे जाके प्रभु ने कीता की आ। मेरे नाल देखो तुसीं जदों पढ़ोगे लूका दी अंजील 21 भाग ओदी 41 आयत, बुक ऑफ लूक चैप्टर 19 वर्स 41। जब नेड़े आया ਤਾਂ ਸ਼ਹਿਰ ਨੂੰ ਵੇਖ ਕੇ ਉਸ ਉੱਤੇ ਰੋਇਆ। ਯਿਸੂ ਮਸੀਹ ਰੋਇਆ ਸ਼ਹਿਰ ਨੂੰ ਦੇਖ ਕੇ, ਸ਼ਹਿਰ ਨੂੰ ਦੇਖ ਕੇ, ਭਵਨ ਨੂੰ ਦੇਖ ਕੇ। ਜਦੋਂ ਯਿਸੂ ਮਸੀਹ ਖਜੂਰਾਂ ਵਾਲੇ ਐਤਵਾਰ, ਜਦੋਂ ਅਸੀਂ ਖਜੂਰ ਦੀਆਂ ਟਾਹਣੀਆਂ ਲੈ ਕੇ ਹਿਲਾਉਂਦੇ ਆ, ਭੰਗੜੇ ਪਾਉਂਦੇ ਆ, ਵੀ ਹੋਸਨਾ ਹੋਸਨਾ ਕਰਦੇ ਆ, ਲੋਕਾਂ ਨੇ ਤਾਂ ਖੁਸ਼ੀ ਮਨਾਈ ਆ, ਪਰ ਯਿਸੂ ਮਸੀਹ ਰੋਇਆ ਸ਼ਹਿਰ ਨੂੰ ਦੇਖ ਕੇ, ਕਿਉਂਕਿ ਉਹ ਸ਼ਹਿਰ ਪਾਪ ਦੇ ਵਿੱਚ ਸੀ, ਗੁਨਾਹ ਦੇ ਵਿੱਚ ਸੀ। तो उस भवन जिहड़ा सुलेमान ने बनाया सी, उस भवन दे विच गंदगी सी, उस भवन दे विच व्यापार हो रहा सी। तां यीशु मसीह रोया भवन नूं देख के। असीं खजूरी ऐतवार दा मनाउने आ, फिर गुड फ्राइडे,
ਫਿਰ ਪ੍ਰਭੂ ਦੇ ਜੀ ਉੱਠਣ ਦਾ ਦਿਨ ਮਨਾਉਂਦੇ ਆ। ਕੀ ਅਸੀਂ ਇਹਨਾਂ 3 ਦਿਨਾਂ ਦੇ ਅੰਦਰ ਮੈਲ ਕੱਢਦੇ ਆ ਆਪਣੇ ਅੰਦਰੋਂ? ਕੀ ਅਸੀਂ ਆਪਣੇ ਭਵਨ ਨੂੰ ਸਾਫ਼ ਕਰਦੇ ਆ? ਇਹ ਚਰਚ ਭਵਨ ਨਹੀਂ ਆ, ਅਸੀਂ ਭਵਨ ਆ ਪ੍ਰਭੂ ਯਿਸੂ ਮਸੀਹ ਦਾ, ਜਿਹਦੇ ਵਿੱਚ ਯਿਸੂ ਮਸੀਹ ਨੇ ਆਉਣਾ। ਅੱਜ ਯਿਸੂ ਮਸੀਹ ਜਿਸ ਤਰ੍ਹਾਂ ਯਰੂਸ਼ਲਮ ਨੂੰ ਦੇਖ ਕੇ ਰੋਇਆ, ਭਵਨ ਨੂੰ ਦੇਖ ਕੇ ਰੋਇਆ, ਅੱਜ ਪਰਮੇਸ਼ਰ ਆਪਣੇ ਲੋਕਾਂ ਨੂੰ ਦੇਖ ਕੇ ਰੋਂਦਾ ਵਾ। ਆਪਣੇ ਲੋਕਾਂ ਨੂੰ ਦੇਖ ਕੇ ਪ੍ਰਭੂ ਰੋਂਦਾ ਵਾ। ਅੱਜ ਵਿਸ਼ਵਾਸੀਆਂ ਨੂੰ ਦੇਖ ਕੇ ਪਰਮੇਸ਼ਰ ਰੋਂਦਾ, ਜਿਹੜੇ ਅੱਜ ਵੀ ਪਾਪ ਵਿੱਚ ਆ, ਗੁਨਾਹ ਦੇ ਵਿੱਚ ਆ। ਜਿਸ ਤਰ੍ਹਾਂ ਉਸ ਸਮੇਂ ਪ੍ਰਭੂ ਯਿਸੂ ਮਸੀਹ ਰੋਇਆ। ਲਿਖਿਆ, ਜਾਂ ਉਹ ਨੇੜੇ ਆਇਆ ਤਾਂ ਸ਼ਹਿਰ ਨੂੰ ਵੇਖ ਕੇ ਉਸ ਉੱਤੇ ਰੋਇਆ ਅਤੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਨੂੰ ਜਾਣਦਾ, ਪਰ ਹੁਣ ਉਹ ਤੇਰੀਆਂ ਅੱਖਾਂ ਤੋਂ ਲੁਕੀਆਂ ਹੋਈਆਂ ਹਨ, ਤੇਰੀਆਂ ਅੱਖਾਂ ਤੋਂ ਲੁਕੀਆਂ ਹੋਈਆਂ ਹਨ, ਕਿਉਂਕਿ ਉਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦ ਮੋਰਚਾ ਬੰਨਣਗੇ ਅਤੇ ਤੈਨੂੰ ਘੇਰ ਲੈਣਗੇ ਤੇ ਚਫੇਰਿਓਂ ਤੈਨੂੰ ਰੋਕਣਗੇ। ਹਾਲੇਲੂਇਆ। ਪਰਮੇਸ਼ਵਰ ਕਹਿੰਦਾ ਤੇਰੀਆਂ ਅੱਖਾਂ ਤੋਂ ਉਹ ਗੱਲਾਂ ਸ਼ਾਂਤੀ ਦੀਆਂ ਲੁਕੀਆਂ ਹੋਈਆਂ। ਅੱਜ ਸਾਡੀ ਅਕਲ ਤੇ ਸ਼ੈਤਾਨ ਨੇ ਪਰਦਾ ਪਾਇਆ ਹੋਇਆ। ਪਰਮੇਸ਼ਵਰ ਸਾਡੇ ਵੱਲ ਦੇਖ ਕੇ ਰੋਂਦਾ, ਯਿਸੂ ਮਸੀਹ ਸਾਡੇ ਵੱਲ ਦੇਖ ਕੇ ਰੋਂਦਾ, ਸਾਡੀ ਮੂਰਖਤਾਈ ਨੂੰ ਵੇਖ ਕੇ ਰੋਣ ਡਿਆ। ਅੱਜ ਯਰੂਸ਼ਲਮ ਦੇ ਵਿੱਚ ਜਾਣ ਤੋਂ ਪਹਿਲਾਂ ਯਿਸੂ ਮਸੀਹ ਰੋਇਆ ਵਾ। ਕਦੀ ਇਹ ਅਸੀਂ ਪ੍ਰਚਾਰ ਨਹੀਂ ਕੀਤਾ ਵੀ ਯਿਸੂ ਮਸੀਹ ਰੋਇਆ। ਕਿਉਂ ਰੋਇਆ? ਉੱਥੇ ਦੇ ਹਾਲਾਤਾਂ ਨੂੰ ਦੇਖ ਕੇ, ਉਸ ਭਵਨ ਨੂੰ ਦੇਖ ਕੇ। ਭਵਨ ਦੇ ਵਿੱਚ ਕੀ ਹੋ ਰਿਹਾ? ਜਦੋਂ ਅਸੀਂ ਮੱਤੀ ਦੀ ਅੰਜੀਲ ਪੜ੍ਹਦੇ ਆ, ਉਹਦਾ 21 ਭਾਗ, ਫਿਰ ਯਿਸੂ ਮਸੀਹ ਹੈਕਲ ਵਿੱਚ ਗਿਆ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਤੇ ਮੁੱਲ ਲੈਂਦੇ ਸਨ ਕੱਢ ਦਿੱਤਾ, ਅਤੇ ਸਰਾਫਾਂ ਦੇ ਤਖਤਪੋਸ਼ ਔਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ। ਕਿਉਂ ਜੋ ਉਹਨੇ ਕਿਹਾ ਕਿ ਲਿਖਿਆ ਹੈ, ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ, ਪਰ ਤੁਸੀਂ ਉਹਨੂੰ ਡਾਕੂਆਂ ਦੀ ਖੋਹ ਬਣਾ ਦਿੱਤਾ। ਪ੍ਰਭੂ ਯਿਸੂ ਮਸੀਹ ਰੋਇਆ ਕਿਉਂ ਸੀ? ਕਿਉਂਕਿ ਪਰਮੇਸ਼ਵਰ ਦਾ ਭਵਨ, ਪਰਮੇਸ਼ਵਰ ਦੀ ਹੈਕਲ ਦੇ ਵਿੱਚ ਵਪਾਰ ਹੋ ਰਿਹਾ ਸੀ। ਪਰਮੇਸ਼ਵਰ ਦੇ ਟੈਂਪਲ ਦੇ ਵਿੱਚ ਵਪਾਰ ਹੋ ਰਿਹਾ ਸੀ। ਚੀਜ਼ਾਂ ਵੇਚੀਆਂ ਲਈਆਂ, ਮੁੱਲ ਜਾਂਦੀਆਂ ਸੀ, ਵੇਚੀਆਂ ਜਾਂਦੀਆਂ ਸੀ। ਉੱਥੇ ਬੁਰੇ ਕੰਮ ਹੋ ਰਹੇ ਸੀ। ਤਾਂ ਯਿਸੂ ਮਸੀਹ ਰੋਇਆ ਇਸ ਲਈ ਸੀ। ਅੱਜ ਅਸੀਂ ਪਾਮ ਸੰਡੇ ਮਨਾ ਲਿਆ, ਗੁੱਡ ਫਰਾਈਡੇ, ਈਸਟਰ ਮਨਾ ਲਿਆ। ਉਹ ਜਿਹੜੀ ਵਿਚਲੀ ਚੀਜ਼ ਆ ਉਹਨੂੰ ਤਾਂ ਅਸੀਂ ਫੜਿਆ ਹੀ ਨਹੀਂ ਵੀ ਪਰਮੇਸ਼ਰ ਨੇ ਭਵਨ ਦੀ ਸਫਾਈ ਕੀਤੀ ਆ। ਤੇ ਅੱਜ ਸਾਡੀ ਵਾਰੀ ਆ ਆਪਣੇ ਭਵਨ ਦੀ ਸਫਾਈ ਕਰਨ ਦੀ, ਆਪਣੇ ਬਦਨ ਦੀ ਸਫਾਈ ਕਰਨੀ ਆ, ਅੰਦਰੋਂ ਸਫਾਈ ਕਰਨੀ ਆ। ਹਾਲੇਲੂਇਆ। ਆਪਣੇ ਅੰਦਰੋਂ ਸਫਾਈ ਕਰਨੀ ਆ। ਪਰਮੇਸ਼ਰ ਰੋਂਦਾ ਪਿਆ ਅੱਜ ਵੀ। ਅੱਜ ਪਾਸਟਰਾਂ ਦੇ ਉੱਤੇ ਪਰਮੇਸ਼ਰ ਰੋ ਰਿਹਾ। ਜੇ ਮੈਂ ਗਲਤ ਚੱਲਦਾ ਹੋਊਗਾ, ਪਰਮੇਸ਼ਰ ਮੇਰੇ ਉੱਤੇ ਰੋਂਦਾ ਹੋਊਗਾ। ਅੱਜ ਵਿਸ਼ਵਾਸੀ ਤੇ ਪਰਮੇਸ਼ਰ ਰੋ ਰਿਹਾ, ਚਾਹੇ ਉਹ ਨਬੀ ਕਿਉਂ ਨਾ ਹੋਵੇ, ਨਬੀ ਤੇ ਰੋਂਦਾ ਹੋਊਗਾ। ਪਰਮੇਸ਼ਰ ਕਹਿੰਦਾ ਭਵਨ ਨੂੰ ਜਿੰਨਾ ਮਰਜ਼ੀ ਸੋਹਣਾ ਬਣਾ ਲਓ, ਚਰਚ ਬਿਲਡਿੰਗ ਨੂੰ ਜਿੰਨਾ ਮਰਜ਼ੀ ਸੋਹਣਾ, ਜੇ ਅੰਦਰੋਂ ਹੀ ਨਹੀਂ ਸੋਹਣਾ, ਅੰਦਰੋਂ ਹੀ ਸਫਾਈ ਨਹੀਂ, ਬਿਲਡਿੰਗ ਕੀ ਕਰੂਗੀ ਸਾਫ਼ ਹੋ ਕੇ? ਧੰਨਵਾਦ ਯਿਸੂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਰੋਂਦਾ ਵਾ। ਯਿਸੂ ਮਸੀਹ ਰੋ ਰਿਹਾ ਅੱਜ ਸਾਡੇ ਹਾਲਾਤਾਂ ਨੂੰ ਦੇਖ ਕੇ, ਭਵਨ ਨੂੰ ਦੇਖ ਕੇ। ਜਦੋਂ ਤੁਸੀਂ ਪਹਿਲਾ ਕੋਰਿੰਥੀਆ ਉਹਦਾ 3 ਭਾਗ, ਮੈਂ ਵਚਨ ਤਾਂ ਪੜ੍ਹ ਕੇ ਤੁਹਾਨੂੰ ਸੁਣਾਉਣਾ, ਤੁਸੀਂ ਕਿਉਂ ਨਾ ਕਰੇ ਪਾਸਟਰ ਜੀ ਆਪਣੇ ਕੋਲੋਂ ਕਹੀ ਜਾਂਦੇ ਆ। ਕਲਾਮ ਵਿਦ ਰੈਫਰੈਂਸ ਤੁਹਾਨੂੰ ਪੜਾਉਣਾ ਵਾ। 3 ਭਾਗ ਉਹਦੀ 16 ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ?
ਅੱਜ ਪ੍ਰਭੂ ਯਿਸੂ ਮਸੀਹ ਦਾ ਭਵਨ ਅਸੀਂ ਆ। ਪੁਰਾਣੇ ਸਮੇਂ ਦੇ ਵਿੱਚ ਯਿਸੂ ਮਸੀਹ ਦੇ ਸਮੇਂ ਜਿਹੜਾ ਚਰਚ ਬਿਲਡਿੰਗ ਦਾ ਸੀ ਉਹ ਪਰਮੇਸ਼ਵਰ ਦਾ ਭਵਨ ਸੀ। ਉਹਦੇ ਵਿੱਚ ਪਰਮੇਸ਼ਵਰ ਦਾ ਭਵਨ ਸੀ ਜਿੱਥੇ ਪਰਮੇਸ਼ਵਰ ਦੇ ਸਾਹਮਣੇ ਬਲੀ ਚੜਾਈ ਜਾਂਦੀ ਸੀ। ਪਰਮੇਸ਼ਵਰ ਦੇ ਭਵਨ ਦੇ ਅੰਦਰ ਜਾਜਕ ਜਾਂਦਾ ਸੀ, ਪਰਮੇਸ਼ਵਰ ਦੇ ਨਾਲ ਗੱਲਬਾਤ ਕਰਦਾ ਸੀ, ਭੇਟ ਚੜਾ ਕੇ ਆਉਂਦਾ ਸੀ। ਤੇ ਉਸ ਜਗ੍ਹਾ ਤੇ ਕਬੂਤਰ ਵੇਚੇ ਜਾਂਦੇ ਸੀ, ਭੇਡਾਂ ਵੇਚੀਆਂ ਜਾਂਦੀਆਂ ਸੀ, ਚੀਜ਼ਾਂ ਵੇਚੀਆਂ ਤੇ ਮੁੱਲ ਖਰੀਦੀਆਂ ਜਾਂਦੀਆਂ ਸੀ। ਇਸ ਲਈ ਪ੍ਰਭੂ ਉੱਥੇ ਰੋਇਆ, ਕਹਿੰਦਾ ਮੇਰਾ ਘਰ ਪ੍ਰਾਰਥਨਾ ਦਾ ਘਰ ਆ, ਇੱਥੇ ਪ੍ਰਾਰਥਨਾ ਹੋਣੀ ਚਾਹੀਦੀ ਹੈ, ਚੀਜ਼ਾਂ ਵੇਚੀਆਂ ਲੈਣੀਆਂ ਜੇ ਨਹੀਂ ਚਾਹੀਦੀਆਂ। ਤੇ ਅੱਜ ਭਵਨ ਉਹ ਪੁਰਾਣੇ ਸਮੇਂ ਦੀ ਗੱਲ, ਪਰ ਨਵੇਂ ਨੇਮ ਵਿੱਚ ਪ੍ਰਭੂ ਯਿਸੂ ਮਸੀਹ ਦਾ ਭਵਨ ਕੌਣ ਆ? ਇਹ ਚਰਚ ਬਿਲਡਿੰਗ ਭਵਨ ਨਹੀਂ ਆ ਪ੍ਰਭੂ ਯਿਸੂ ਮਸੀਹ ਦਾ। ਇਹ ਜਿਹੜੀ ਬਿਲਡਿੰਗ ਹੈ ਸੀਮੈਂਟ ਦੀ ਬਣੀ ਆ, ਇੱਟਾਂ ਦੀ ਆ, ਬਜਰੀ ਦੀ ਆ, ਰੇਤਾ ਦੀ ਆ। ਅਸਲੀ ਚਰਚ ਅਸੀਂ ਆ ਪ੍ਰਭੂ ਯਿਸੂ ਮਸੀਹ ਦਾ ਅਸਲੀ ਭਵਨ ਅਸੀਂ ਆ। ਸਾਡਾ ਬਦਨ ਚਰਚ ਆ। ਹਾਲੇਲੂਇਆ, ਤਾਰੀਫ ਕਰੋ ਯਿਸੂ ਮਸੀਹ ਦੇ ਲਈ। ਪ੍ਰੇਜ਼ ਦ ਲਾਰਡ, ਗਲੋਰੀ ਜੀਸਸ, ਹਾਲੇਲੂਇਆ। ਅਸਲੀ ਚਰਚ ਅਸੀਂ ਆ। ਇਹ ਮੈਂ ਨਹੀਂ, ਪ੍ਰਭੂ ਦਾ ਕਲਾਮ ਕਹਿ ਰਿਹਾ। ਪਹਿਲਾ ਕਰੰਥੀਆ 3:16 ਕਿ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਅਸੀਂ ਪਰਮੇਸ਼ਵਰ ਦਾ ਚਰਚ ਆ। ਸਾਡੇ ਬਦਨ ਹੱਡੀ ਮਾਸ ਦੇ ਜਿਹੜੇ ਨੇ ਇਹ ਪ੍ਰਭੂ ਯਿਸੂ ਮਸੀਹ ਦਾ ਭਵਨ ਆ। ਪ੍ਰਭੂ ਯਿਸੂ ਮਸੀਹ ਨੇ ਸਾਡੇ ਅੰਦਰ ਵਾਸ ਕਰਨਾ। ਹੁਣ ਅੰਦਰ ਤੁਸੀਂ ਗੰਦਗੀ ਰੱਖੀ ਹੋਈ ਆ, ਅੰਦਰ ਤੁਹਾਡੇ ਝੂਠ ਆ, ਅੰਦਰ ਹੇਰਾ ਫੇਰੀ ਆ, ਅੰਦਰ ਤੁਹਾਡੇ ਗੰਦੀਆਂ ਗਾਲਾਂ ਵਾ, ਅੰਦਰ ਤੁਹਾਡੇ ਚੋਰੀ ਆ, ਅੰਦਰ ਤੁਹਾਡੇ ਬਦੀ ਆ, ਅੰਦਰ ਤੁਹਾਡੇ ਮਨਾਂ ਦੇ ਵਿੱਚ ਗਲਤ ਵਿਚਾਰ ਆ, ਭਾਈ ਲਈ, ਭੈਣ ਲਈ, ਮਾਂ ਲਈ, ਪੁੱਤ ਲਈ, ਧੀ ਲਈ, ਨੌ ਲਈ। ਤੇ ਕਿੱਦਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਬਹੁਤ ਪਵਿੱਤਰ ਆ? ਕਿੱਦਾਂ ਤੁਸੀਂ ਕਹਿੰਦੇ ਹੋ ਪ੍ਰਭੂ ਯਿਸੂ ਜੀ ਸਾਡੇ ਤੇ ਬਹੁਤ ਖੁਸ਼ ਆ, ਮੈਂ 8 ਘੰਟੇ ਦੁਆ ਕਰਦਾ, ਮੈਂ ਬੰਦਗੀ ਘਰ 'ਚ ਬੈਠ ਕੇ ਕਰਦਾ, ਪ੍ਰਭੂ ਮੇਰੇ ਤੇ ਖੁਸ਼ ਆ। ਉਹ ਕੀ ਪਤਾ ਪ੍ਰਭੂ ਤੇਰੇ ਲਾਗੇ ਖੜਾ ਰੋਂਦਾ ਹੋਵੇ, ਕਹਿੰਦਾ ਹੋਵੇ ਓਏ ਅੰਦਰੋਂ ਸਾਫ਼ ਹੋ ਜਾ, ਅੰਦਰੋਂ ਸਫਾਈ ਕਰ ਲੈ, ਮਨ ਤੋਂ ਤੋਬਾ ਕਰ ਲੈ, ਮਨ ਨੂੰ ਸਾਫ਼ ਕਰ ਲੈ। ਵੀ ਪ੍ਰਭੂ ਤੁਹਾਡੇ ਲਾਗੇ ਖੜਾ ਹੋ ਕੇ ਰੋਂਦਾ ਹੋਵੇ, ਕਹਿੰਦਾ ਹੋਣਾ, ਪ੍ਰਭੂ ਕਹਿੰਦਾ ਹੋਣਾ ਯਾਰ ਅੰਦਰੋਂ ਤਾਂ ਸਫਾਈ ਕਰ ਲੈ। ਪ੍ਰਭੂ ਯਰੂਸ਼ਲਮ ਨੂੰ ਦੇਖ ਕੇ, ਭਵਨ ਨੂੰ ਦੇਖ ਕੇ ਰੋਇਆ ਸੀ, ਪਰ ਅੱਜ ਸਾਡੇ ਲੋਕਾਂ ਨੇ ਵਿਚਲੀ ਚੀਜ਼ ਛੱਡੀ ਆ। ਗਦੀ ਦਾ ਬੱਚਾ ਯਾਦ ਰੱਖਿਆ, ਗਦੀ ਦੇ ਬੱਚੇ ਉੱਤੇ ਬੈਠ ਗਿਆ ਤੇ ਖਜੂਰਾਂ ਯਾਦ ਰੱਖੀਆਂ, ਖਜੂਰਾਂ ਦੀਆਂ ਟਾਹਣੀਆਂ ਫੜਨੀਆਂ ਤੇ ਹਿਲਾਉਣੀਆਂ, ਪਰ ਵਿਚਲੀ ਚੀਜ਼ ਨਹੀਂ ਪ੍ਰਭੂ ਯਿਸੂ ਮਸੀਹ ਦੀ ਯਾਦ ਰੱਖੀ। ਵੀ ਯਿਸੂ ਮਸੀਹ ਨੇ ਭਵਨ ਦੀ ਸਫਾਈ ਕੀਤੀ ਹੈ ਸੈਂਟਾ ਲੈ ਕੇ। ਪ੍ਰਭੂ ਯਿਸੂ ਮਸੀਹ ਨੇ ਇੱਕ ਕੋੜਾ ਲਿਆ, ਕੋੜਾ ਸੈਂਟਾ ਲੈ ਲਿਆ ਹੱਥ ਵਿੱਚ, ਸੈਂਟਾ ਲੈ ਕੇ ਮਾਰਿਆ ਜਿਹੜੇ ਉੱਥੇ ਵੇਚਦੇ ਸੀ। ਤੇ ਅੱਜ ਵੀ ਪ੍ਰਭੂ ਯਿਸੂ ਮਸੀਹ ਨੇ ਸੈਂਟਾ ਚੱਕਣਾ ਵਾ, ਤੇ ਸੈਂਟਾ ਉਹਦਾ ਕਲਾਮ ਆ। ਇਹ ਕਲਾਮ ਦੀਆਂ ਚਪੇੜਾਂ ਵੱਜਦੀਆਂ ਨੇ, ਇਹ ਕਲਾਮ ਸਾਨੂੰ ਮਾਰਦਾ, ਤਾੜਦਾ, ਸਮਝਾਉਂਦਾ ਵਾ। ਕਲਾਮ ਦੇ ਦੁਆਰਾ ਪਰਮੇਸ਼ਵਰ ਸਾਨੂੰ ਤਾੜਨਾ ਲਗਾਉਂਦਾ। ਜੇ ਮੰਨਣਾ ਤਾਂ ਚੰਗੀ ਤਰ੍ਹਾਂ ਮੰਨੋ, ਨਹੀਂ ਤਾਂ ਨਾ ਮੰਨੋ। ਝੂਠ ਤੁਹਾਡੇ ਤੋਂ ਛੱਡ ਨਹੀਂ ਹੁੰਦਾ, ਚੁਗਲੀ ਤੁਹਾਡੇ ਤੋਂ ਛੱਡ ਨਹੀਂ ਹੁੰਦੀ, ਗਾਲਾਂ ਗੰਦੀਆਂ ਤੁਹਾਡੇ ਤੋਂ ਛੱਡ ਨਹੀਂ ਹੁੰਦੀਆਂ। ਜਿਹੜੀਆਂ ਗੰਦੀਆਂ ਗਾਲਾਂ ਕੱਢਦੇ ਆ, ਗੰਦੇ ਵਿਚਾਰ ਜਿਹੜੇ ਦਿਮਾਗ ਵਿੱਚ ਉਹ ਤਾਂ ਨਿਕਲਦੇ ਨਹੀਂ। ਬਾਹਰੋਂ ਨਾਲੇ ਚੰਗੇ ਕੱਪੜੇ ਪਾ ਲੈ, ਮੂੰਹ ਸਿਰ ਸਵਾਰ ਲਿਆ, ਅੰਦਰੋਂ ਕਦੋਂ ਸਵਾਰੂਗਾ ਆਪਣੇ ਆਪ ਨੂੰ? ਅੰਦਰੋਂ ਕਦੋਂ ਸਵਾਰੂਗਾ? ਕਈ ਲੋਕ ਚਰਚਾਂ ਨੂੰ ਬੜਾ ਸੋਹਣਾ ਬਣਾਉਂਦੇ ਨੇ, ਬੜੀ ਡੈਕੋਰੇਸ਼ਨ ਕਰਦੇ ਨੇ ਚਰਚ ਨੂੰ, ਅੰਦਰ ਲੜੀਆਂ ਲਾਉਂਦੇ ਨੇ, ਭਗਾਨੇ ਲਾਉਂਦੇ ਨੇ, ਫਲਾਵਰ ਲਾਉਂਦੇ ਨੇ, ਬਹੁਤ ਅੱਛੀ ਡੈਕੋਰੇਸ਼ਨ ਕਰਦੇ ਨੇ। ਠੀਕ ਆ, ਕਰਨੀ ਚਾਹੀਦੀ ਆ, ਪਰ ਆਪਣੇ ਅੰਦਰ ਕਦੋਂ ਡੈਕੋਰੇਸ਼ਨ ਕਰੂੰਗਾ? ਕਦੋਂ ਆਪਣੇ ਅੰਦਰੋਂ ਸਵਾਰੂੰਗਾ? ਅੱਜ ਯਿਸੂ ਮਸੀਹ ਰੋ ਰਿਹਾ। ਠੀਕ ਆ, ਤੁਸੀਂ ਗੁੱਡ ਫਰਾਈਡੇ ਮਨਾ ਲਿਆ, ਈਸਟਰ ਮਨਾ ਲਿਆ, ਪਾਮ ਸੰਡੇ ਮਨਾ ਲਿਆ, ਕਿ ਯਿਸੂ ਮਸੀਹ ਹੱਸਦਾ ਪਿਆ ਉੱਪਰ, ਉਹ ਤਾਂ ਸਭ ਪੁਰਾਣੀ, ਠੀਕ ਆ 2000 ਸਾਲ ਪਹਿਲਾਂ ਸਭ ਕੁਝ ਹੋ ਗਿਆ। ਪ੍ਰਭੂ ਯਿਸੂ ਮਸੀਹ ਕਹਿੰਦਾ ਉਹ ਛੱਡ, ਸਫਾਈ ਕਰ। ਉਦੋਂ ਤਾਂ ਯਿਸੂ ਮਸੀਹ ਨੇ ਸਫਾਈ ਕੀਤੀ, ਕਿਉਂਕਿ ਯਿਸੂ ਮਸੀਹ ਸਰੀਰ ਦੇ ਵਿੱਚ ਆਇਆ ਹੋਇਆ ਸੀਗਾ, ਪਰਮੇਸ਼ਵਰ ਸਰੀਰ ਵਿੱਚ ਧਰਤੀ ਤੇ ਆਇਆ ਸੀ, ਤਾਂ ਸਫਾਈ ਕੀਤੀ। ਅੱਜ ਪ੍ਰਭੂ ਯਿਸੂ ਮਸੀਹ ਕਲਾਮ ਦੁਆਰਾ, ਆਪਣੇ ਪਵਿੱਤਰ ਆਤਮਾ ਦੁਆਰਾ ਸਫਾਈ ਕਰਦਾ ਵਾ। ਹਾਲੇਲੂਇਆ। ਕਿ ਤੁਸੀਂ ਤਿਆਰ ਹੋ ਸਫਾਈ ਕਰਾਉਣ ਦੇ ਲਈ? ਤਿਆਰ ਹੋ ਚੋਰੀ ਛੱਡਣ ਲਈ, ਅੰਦਰੋਂ ਸਫਾਈ ਕਰਨ ਲਈ? ਜਿਹੜੀਆਂ ਅੰਦਰ ਚੀਜ਼ਾਂ ਤੁਸੀਂ ਰੱਖੀਆਂ ਹੋਈਆਂ ਨੇ, ਉਸ ਸਮੇਂ ਦੇ ਵਿੱਚ ਵੀ ਭਵਨ ਦੇ ਵਿੱਚ ਚੀਜ਼ਾਂ ਵੇਚੀਆਂ ਜਾਂਦੀਆਂ ਸੀਗੀਆਂ। ਅੱਜ ਵੀ ਕਈ ਚਰਚ ਨੇ ਜਿੱਥੇ ਚੀਜ਼ਾਂ ਵੇਚੀਆਂ ਜਾਂਦੀਆਂ ਵਾ। ਪਰਮੇਸ਼ਰ ਦੇ ਘਰ ਨੂੰ ਵਪਾਰ ਦੀ ਮੰਡੀ ਬਣਾਇਆ ਹੋਇਆ।
मैं किसी ਨੂੰ ਪਰਸਨਲ ਟਾਰਗੇਟ ਨਹੀਂ ਕਰ ਰਿਹਾ, ਸਿਰਫ ਐਗਜ਼ਾਮਪਲ ਦੇ ਰਿਹਾ ਵਾਂ। ਪੁਰਾਣੇ ਸਮੇਂ ਦੇ ਵਿੱਚ ਵੀ ਚਰਚ ਵਿੱਚ ਹੀ ਭੇਡਾਂ ਵੇਚੀਆਂ ਜਾਂਦੀਆਂ ਸੀ। ਕਿਉਂ? ਕਿਉਂਕਿ ਭੇਡਾਂ ਕੁਰਬਾਨ ਕੀਤੇ। ਕਬੂਤਰ ਕਿਉਂ ਵੇਚੇ ਜਾਂਦੇ? ਕਬੂਤਰਾਂ ਦੀ ਬਲੀ ਚੜਾਈ ਜਾਂਦੀ ਸੀਗੀ। ਜਿਹੜੀਆਂ ਚੀਜ਼ਾਂ ਦੀ ਬਲੀ ਚੜਾਈ ਜਾਂਦੀ ਸੀ ਨਾ ਭਵਨ 'ਚ, ਉਹੀ ਚੀਜ਼ਾਂ ਉੱਥੇ ਵਿਕਦੀਆਂ। ਤਾਂ ਅੱਜ ਵੀ ਚਰਚ ਵਿੱਚ ਉਹੀ ਚੀਜ਼ਾਂ ਵਿਕਦੀਆਂ ਨੇ ਜਿਹੜੀਆਂ ਚਰਚ 'ਚ ਚੀਜ਼ਾਂ ਦੀ ਲੋੜ ਆ। ਤੇਲ, ਪਾਣੀ, ਝਾੜੂ, ਨਮਕ, ਫੋਟਾਂ, ਹੋਰ ਇਦਾਂ ਦੀਆਂ ਕਈ ਚੀਜ਼ਾਂ ਵਿਕਦੀਆਂ ਨੇ। ਹਾਲੇਲੂਇਆ। ਇਹ ਤਾਂ ਦੁਨਿਆਵੀ ਗੱਲ ਆ, ਪਰ ਤੁਹਾਡੇ ਅੰਦਰ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਰਮੇਸ਼ਰ ਤੋਂ ਦੂਰ ਕਰ ਰਹੀਆਂ ਨੇ। ਕਿਉਂਕਿ ਪਰਮੇਸ਼ਰ ਕੀ ਕਹਿ ਰਿਹਾ? ਇਹਦੀ 17 ਹੈ, ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ਵਰ ਉਹਦਾ ਨਾਸ ਕਰੇਗਾ। ਕਿਉਂ? ਜੋ ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ ਅਤੇ ਇਹ ਤੁਸੀਂ ਹੋ। ਜਿਹੜਾ ਬੰਦਾ, ਜਿਹੜਾ ਪਾਸਟਰ, ਜਿਹੜਾ ਵਿਸ਼ਵਾਸੀ, ਨਬੀ, ਰਸੂਲ, ਅਪੋਸਟਲ ਜਿਨ੍ਹਾਂ ਨੂੰ ਕਹਿੰਦੇ ਨੇ, ਜੇ ਉਹ ਪਰਮੇਸ਼ਵਰ ਦੀ ਹੈਕਲ ਦਾ ਨਾਸ ਕਰਦਾ ਵਾ, ਪਰਮੇਸ਼ਵਰ ਦੀ ਭਵਨ ਦਾ ਨਾਸ ਕਰਦਾ, ਤਾਂ ਪਰਮੇਸ਼ਵਰ ਵੀ ਉਹਦਾ ਨਾਸ ਕਰੂਗਾ। ਸ਼ੈਤਾਨ ਨਹੀਂ, ਪਰਮੇਸ਼ਵਰ ਨਾਸ ਕਰੂਗਾ। ਖੁਦਾਵੰਦ ਯਿਸੂ ਮਸੀਹ ਕਹਿ ਰਿਹਾ ਮੈਂ ਉਹਦਾ ਨਾਸ ਕਰੂੰਗਾ। ਜਿਹੜਾ ਕਹਿੰਦਾ ਮੇਰੇ ਬਦਨ ਦਾ ਨਾਸ ਕਰਦਾ। ਸਿਗਰਟ ਤੁਸੀਂ ਪੀਨੇ ਹੋ, ਤਮਾਕੂ ਤੁਸੀਂ ਖਾਂਦੇ ਹੋ, ਸ਼ਰਾਬ ਦੇਸੀ ਤੁਸੀਂ ਪੀਨੇ ਹੋ, ਮੋਟੇ ਚਿੱਟਾ ਡਰੱਗਸ ਕਰਦੇ ਹੋ, ਹੀਰੋਇਨ ਦਾ ਨਸ਼ਾ ਕਰਦੇ ਹੋ, ਕੈਪਸੂਲ ਖਾਂਦੇ ਹੋ, ਜਿੰਨੇ ਵੀ ਤੁਸੀਂ ਨਸ਼ੇ ਕਰਦੇ ਹੋ, ਹੈ ਤੁਸੀਂ ਮਸੀਹ ਹੋ। ਤੁਸੀਂ ਪਰਮੇਸ਼ਰ ਦੀ ਹੈਕਲ ਦਾ ਨਾਸ ਕਰ ਰਹੇ ਹੋ, ਤਾਂ ਪਰਮੇਸ਼ਰ ਵੀ ਨਾਸ ਕਰੂਗਾ। ਮੈਂ ਨਹੀਂ ਕਹਿੰਦਾ, ਗੁਲਾਮ ਕਹਿੰਦਾ ਜਿਹੜਾ ਪਰਮੇਸ਼ਰ ਦੇ ਭਵਨ ਦਾ ਨਾਸ ਕਰਦਾ, ਪਰਮੇਸ਼ਰ ਕਹਿੰਦਾ ਮੈਂ ਕੀ ਕਰੂੰਗਾ? ਉਹਦਾ ਨਾਸ ਕਰੂੰਗਾ। ਝੂਠ ਬੋਲ ਕੇ, ਹੇਰਾਫੇਰੀ ਕਰਕੇ, ਪਾਪ ਕਰਕੇ, ਹਰਾਮਕਾਰੀ ਕਰਕੇ, ਲੁੱਚਪੁਣਾ, ਗੰਦਮੰਦ ਕਰਕੇ ਤੁਸੀਂ ਪਰਮੇਸ਼ਰ ਦੀ ਹੈਕਲ ਦਾ ਨਾਸ ਕਰਦੇ ਹੋ। ਤਾਂ ਪਰਮੇਸ਼ਰ ਕੀ ਕਹਿ ਰਿਹਾ? ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ਵਰ ਉਹਦਾ ਨਾਸ ਕਰੇਗਾ। ਕਿਉਂ? ਜੋ ਪਰਮੇਸ਼ਵਰ ਦੀ ਹੈਕਲ ਤੁਸੀਂ ਹੋ। ਹਾਲੇਲੂਇਆ। ਪਰਮੇਸ਼ਵਰ ਦੀ ਹੈਕਲ ਪਵਿੱਤਰ ਆ ਤੇ ਤੁਸੀਂ ਆ। ਤੇ ਜੇ ਤੁਸੀਂ ਪਰਮੇਸ਼ਵਰ ਦੀ ਹੈਕਲ ਦਾ ਨਾਸ ਕਰੋਗੇ, ਜਾਂ ਮੈਂ ਇਸ ਬਦਨ ਦਾ ਨਾਸ ਕਰੂੰਗਾ, ਪਰਮੇਸ਼ਵਰ ਦੀ ਹੈਕਲ ਦਾ ਨਾਸ ਕਰੂੰ, ਤਾਂ ਪਰਮੇਸ਼ਵਰ ਵੀ ਨਾਸ ਕਰੂਗਾ ਉਹਦਾ। ਪਰਮੇਸ਼ਵਰ ਨੇ ਸਰੀਰ ਦਾ ਨਾਸ ਨਹੀਂ ਕਰਨਾ, ਆਤਮਾ ਚੱਕ ਕੇ ਨਰਕ 'ਚ ਸੱਟ ਦੇਣੀ ਆ ਜਦੋਂ ਅਸੀਂ ਪਵਿੱਤਰ ਨਹੀਂ ਰਹੇ। ਅੱਜ ਪ੍ਰਭੂ ਰੋਂਦਾ ਵਾ। ਜਿਸ ਟਾਈਮ ਯਿਸੂ ਮਸੀਹ ਹੈਕਲ ਵਿੱਚ ਗਿਆ, ਯਰੂਸ਼ਲਮ ਨੂੰ ਚੱਲਿਆ, ਤਾਂ ਯਿਸੂ ਮਸੀਹ ਰੋਇਆ। ਬਾਈਬਲ ਦੇ ਵਿੱਚ, ਨਵੇਂ ਨਿਯਮ ਦੇ ਵਿੱਚ ਯਿਸੂ ਮਸੀਹ ਦੋ ਥਾਂ ਤੇ ਰੋਇਆ। ਇੱਕ ਯਹੂਨਾ ਦੀ ਇੰਜੀਲ 11 ਭਾਗ ਉਹਦੀ 35 ਐਤ ਵਿੱਚ ਯਿਸੂ ਰੋਇਆ ਮਰੀਅਮ ਤੇ ਮਾਰਥਾ ਦੇ ਕੋਲ ਜਾ ਕੇ, ਤੇ ਦੂਜਾ ਲੂਕਾ ਦੀ ਇੰਜੀਲ 19 ਭਾਗ ਉਹਦੀ 41-42 ਐਤ ਵਿੱਚ ਯਿਸੂ ਰੋਇਆ। ਨਵੇਂ ਨਿਯਮ 'ਚ ਦੋ ਜਗ੍ਹਾ ਤੇ ਯਿਸੂ ਮਸੀਹ ਰੋਇਆ। ਇੱਕ ਤਾਂ ਮਰੀਅਮ ਮਾਰਥਾ ਦੇ ਕੋਲ ਰੋਇਆ ਸੀ, ਕਿਉਂਕਿ ਉਹ ਵਿਸ਼ਵਾਸ ਨਹੀਂ ਸੀ ਕਰ ਪਾ ਰਹੀਆਂ। ਯਿਸੂ ਮਸੀਹ ਕਹਿੰਦਾ ਵਿਸ਼ਵਾਸ ਕਰੋ, ਕਿਆਮਤ ਅਤੇ ਜੀਵਨ ਮੈਂ ਵਾਂ। ਉਹ ਤਾਂ ਉਹਨਾਂ ਦੇ ਅਵਿਸ਼ਵਾਸ ਉੱਤੇ ਰੋਇਆ ਸੀ। ਤੇ ਦੂਜਾ ਯਿਸੂ ਮਸੀਹ ਇੱਥੇ ਰੋਇਆ ਹਾਲਾਤ ਦੇਖ ਕੇ। ਤੇ ਤੀਜਾ ਅੱਜ ਦੇ ਮੌਜੂਦਾ ਹਾਲਾਤ ਦੇਖ ਕੇ, ਮੌਕੇ ਦੇ ਹਾਲਾਤ ਦੇਖ ਕੇ ਯਿਸੂ ਮਸੀਹ ਰੋਂਦਾ ਹੋਵੇਗਾ। ਪਰਮੇਸ਼ਰ ਰੋਂਦਾ ਹੋਵੇਗਾ ਅੱਜ ਵੀ ਆਪਣੇ ਲੋਕਾਂ ਤੇ, ਆਪਣੀ ਕਲੀਸਿਆ ਤੇ, ਯਰੂਸ਼ਲਮ ਤੇ। ਅਸੀਂ ਸਭ ਮਸੀਹ ਦੇ ਯਰੂਸ਼ਲਮ ਹੈ, ਕਲੀਸਿਆ ਵਾ, ਇਜ਼ਰਾਈਲ ਹੈ। ਅਸੀਂ ਪਰਮੇਸ਼ਰ ਦੇ ਇਜ਼ਰਾਈਲ ਆ। ਕਲੀਸਿਆ ਪਰਮੇਸ਼ਰ ਦੀ ਇਜ਼ਰਾਈਲ ਆ। ਤਾਂ ਪਰਮੇਸ਼ਰ ਅੱਜ ਵੀ ਰੋਂਦਾ ਹੋਵੇਗਾ ਵੀ ਜਦੋਂ ਦੇਖਦਾ ਹੋਵੇਗਾ ਆਪਣੇ ਲੋਕਾਂ ਨੂੰ ਵੀ ਇਹਨਾਂ ਦੇ ਅੰਦਰ ਕਿੰਨੀ ਗੰਦਗੀ ਆ, ਮੈਲ ਆ, ਵੀ ਅੱਜ ਵੀ ਇਹ ਵੇਚਣ ਡਏ ਨੇ, ਪਾਪ ਤੇ ਗੁਨਾਹ ਦੇ ਨਾਲ ਭਰੇ ਹੋਏ ਨੇ। ਪਰਮੇਸ਼ਰ ਨੇ ਭਵਨ ਦੀ ਸਫਾਈ ਕੀਤੀ ਆਪ। ਯਿਸੂ ਮਸੀਹ ਨੇ ਚੇਲਿਆਂ ਨੂੰ ਨਹੀਂ ਕਿਹਾ ਓਏ ਡੰਡੇ ਲਵੋ, ਆ ਭੇਡਾਂ ਨੂੰ ਕੱਢ ਦਿਓ ਬਾਹਰ, ਕਬੂਤਰ ਛੱਡ ਦਿਓ। ਯਿਸੂ ਮਸੀਹ ਨੇ ਖੁਦ ਸਫਾਈ ਕੀਤੀ ਹੈ। ਮੱਤੀ ਦੀ ਇੰਜੀਲ 21 ਭਾਗ ਉਹਦੀ 12 ਐਤ ਵਿੱਚ ਪ੍ਰਭੂ ਯਿਸੂ ਪਰਮੇਸ਼ਵਰ ਦੀ ਹੈਕਲ ਵਿੱਚ ਗਿਆ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਔਰ ਮੁੱਲ ਲੈਂਦੇ ਸਨ ਕੱਢ ਦਿੱਤਾ, ਅਤੇ ਸਰਾਫਾਂ ਦੇ ਤਖਤ ਪੋਸ਼ ਔਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਸਿੱਟੀਆਂ। ਸੁਣਦੇ ਹੋ ਇਹਨਾਂ ਚੀਜ਼ਾਂ ਨੂੰ? ਪਾਮ ਸੰਡੇ ਖਜੂਰਾਂ ਹਲਾਲੀਆਂ ਲਾਲਾ ਲਾਲਾ ਕਰਤਾ, ਬਹੁਤ ਵੀ ਬੱਲੇ ਬੱਲੇ ਹੋ ਗਈ। ਉਹ ਸਫਾਈ ਤਾਂ ਕੀਤੀ ਨਹੀਂ। ਖਜੂਰਾਂ ਹੱਥ ਵਿੱਚ ਫੜ ਲੀਆਂ, ਖਜੂਰ ਫੜਨ ਤੋਂ ਪਹਿਲਾਂ ਅੰਦਰੋਂ ਤਾਂ ਸਫਾਈ ਕਰ ਲਓ। ਅੰਦਰ ਤਾਂ ਗੰਦਗੀ ਆ। ਰੱਬ ਚਰਚ 'ਚ ਨਹੀਂ ਮਿਲਣਾ, ਚਰਚਾਂ ਵਿੱਚ ਰੱਬ ਨਹੀਂ ਮਿਲਦਾ।
ਅੰਦਰੋਂ ਰੱਬ ਮਿਲਣਾ। ਯਿਸੂ ਮਸੀਹ ਅੰਦਰ ਆ ਚਰਚ ਤੁਹਾਡਾ, ਅੰਦਰ ਇਹ ਬਦਨ ਤੁਹਾਡਾ ਚਰਚ ਆ। ਇਹ ਚਰਚ ਗਵਰਨਮੈਂਟ ਨੇ ਇੱਟਾਂ ਸੀਮੈਂਟ ਦੇ ਬੰਦ ਕੀਤੇ ਆ ਸਰੀਰ ਵਾਲਾ ਚਰਚ ਬੰਦ ਨਹੀਂ ਹੋਇਆ। ਇਹ ਚਰਚ ਖੁੱਲਾ ਵਾ, ਖੁੱਲਾ ਇਹ ਚਰਚ, ਤੇ ਇਹਦੇ ਅੰਦਰ ਯਿਸੂ ਮਸੀਹ ਨੇ ਆਉਣਾ ਵਾ। ਤੇ ਸਫਾਈ ਕਰ ਲੋ, ਅੰਦਰੋਂ ਸਾਫ਼ ਕਰ ਲੋ ਆਪਣੇ ਆਪ ਨੂੰ, ਗੁਨਾਹ ਤੇ ਪਾਪ ਨੂੰ ਖਤਮ ਕਰ ਲੋ। ਯਿਸੂ ਮਸੀਹ ਅੰਦਰ ਆਵੇਗਾ, ਤੁਹਾਡੇ ਅੰਦਰ ਆਵੇਗਾ, ਪਰਮੇਸ਼ਵਰ ਤੁਹਾਡੇ ਮਨਾਂ ਦੇ ਦਿਲਾਂ ਦੇ ਅੰਦਰ ਆਵੇਗਾ। ਹਾਲੇਲੂਇਆ, ਹਾਲੇਲੂਇਆ। ਅੰਦਰ ਆਉਣਾ ਚਾਹੁੰਦਾ ਪਰਮੇਸ਼ਵਰ ਤੁਹਾਡੇ। ਤੇ ਜੇ ਅਸੀਂ ਸਾਫ਼ ਹੀ ਨਹੀਂ ਅੱਜ ਤੱਕ ਹੋਏ, ਬਪਤਿਸਮਾ ਵੀ ਲੈ ਲਿਆ, ਪ੍ਰਭੂ ਭੋਜ ਵੀ ਲੈ ਲਿਆ, ਪਰ ਅੰਦਰ ਤਾਂ ਮੈਲ ਆ, ਅੰਦਰ ਗੰਦਗੀ ਆ। ਯਿਸੂ ਮਸੀਹ ਰੋਂਦਾ ਵਾ, ਜਿਹੜੀ ਅੰਦਰ ਗੰਦਗੀ ਸੀ ਜਮਾ ਕਰਕੇ ਰੱਖੀ ਹੋਈ ਆ। ਪੜੋ ਮੇਰੇ ਨਾਲ ਇੱਕ ਹੋਰ ਵਚਨ, ਦੂਸਰਾ ਇਤਿਹਾਸ। ਦੂਸਰਾ ਇਤਿਹਾਸ ਤੁਸੀਂ ਜਿਹੜੇ ਘਰਾਂ ਦੇ ਵਿੱਚ ਦੇਖ ਰਹੇ ਹੋ ਮੈਨੂੰ LCD ਦੇ ਉੱਤੇ, ਜੇ ਤੁਹਾਡੇ YouTube ਚੱਲ ਰਿਹਾ, ਇੰਟਰਨੈਟ ਵਾਲੀ LCD ਆ, ਤਾਂ ਤੁਸੀਂ ਜੇ ਦੇਖ ਰਹੇ ਹੋ ਤਾਂ ਤੁਸੀਂ ਕਲਾਮ ਨੂੰ ਪੜ੍ਹ ਸਕਦੇ ਹੋ ਮੇਰੇ ਨਾਲ। ਔਰ ਇੱਕ ਛੋਟਾ ਜਿਹਾ ਮੈਸੇਜ ਹੈ ਮੇਰਾ, ਜਦੋਂ ਤੁਸੀਂ ਕਲਾਮ ਨੂੰ ਸੁਣ ਰਹੇ ਹੋ, ਕਲਾਮ ਸੁਣਦਿਆਂ ਨੇ ਤਸਵੀਰ ਲੈ ਕੇ WhatsApp ਨੰਬਰ ਦੇ ਉੱਤੇ ਤੁਸੀਂ ਭੇਜਣੀ ਆ। WhatsApp ਨੰਬਰ ਤੁਹਾਡੇ ਸਕਰੀਨ ਦੇ ਉੱਤੇ ਤੁਹਾਨੂੰ ਦਿੱਤੇ ਜਾਣਗੇ। ਇਸ ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰੇਅਰ ਲਾਈਨ ਨੰਬਰ ਤੁਹਾਨੂੰ ਮਿਲਣਗੇ, ਉਹਨਾਂ ਦੇ ਉੱਤੇ ਦੋਨਾਂ ਨੰਬਰਾਂ ਦੇ ਉੱਤੇ WhatsApp ਚੱਲ ਰਿਹਾ। ਉਹ ਪ੍ਰੇਅਰ ਟਾਵਰ ਦੇ ਨੰਬਰ ਆ, ਉਹ ਬਿਲਕੁਲ ਮੇਰਾ ਨੰਬਰ ਨਹੀਂ ਆ, ਮੇਰੇ ਚਰਚ ਦੇ ਨੰਬਰ ਨੇ। ਉਹਨਾਂ ਉੱਤੇ ਬ੍ਰਦਰ ਔਰ ਸਿਸਟਰ ਦੀ ਡਿਊਟੀ ਲੱਗੀ ਹੈ ਜਿਹੜੇ ਪ੍ਰਾਰਥਨਾ ਕਰਦੇ ਆ। ਮੈਂ ਤਾਂ ਦੱਸਣਾ ਚਾਹੁੰਦਾ, ਕਈ ਲੋਕ ਬਹੁਤ ਕਹਿੰਦੇ ਨੇ ਵੀ ਪਾਸਟਰ ਜੀ ਨਾਲ ਗੱਲ ਕਰਨੀ ਹੈ, ਪਾਸਟਰ ਜੀ ਨਾਲ ਗੱਲ ਕਰਨੀ। ਉਹ ਪ੍ਰੇਅਰ ਟਾਵਰ ਦੇ ਨੰਬਰ ਹੈ, ਤੁਸੀਂ ਆਪਣੀ ਪ੍ਰੇਅਰ ਬੇਨਤੀ, ਪ੍ਰੇਅਰ ਰਿਕੁਐਸਟ ਤੁਸੀਂ ਦੱਸ ਸਕਦੇ ਹੋ। ਆਪਣੀ ਆਡੀਓ ਪ੍ਰੇਅਰ ਤੁਸੀਂ ਭੇਜ ਸਕਦੇ ਹੋ, ਬੇਨਤੀ ਨੂੰ, ਰਿਕੁਐਸਟ ਨੂੰ ਭੇਜ ਸਕਦੇ ਹੋ, ਤੇ ਤੁਹਾਡੇ ਲਈ ਪ੍ਰੇਅਰ ਕੀਤੀ ਜਾਂਦੀ ਆ। ਹਾਲੇਲੂਇਆ। ਔਰ ਤੁਸੀਂ ਆਪਣੀ ਤਸਵੀਰ ਵਚਨ ਨੂੰ ਲੈਂਦੇ ਹੋਏ, ਸੁਣਦੇ ਹੋਏ ਭੇਜਣੀ ਆ, ਕਿਉਂਕਿ ਅਸੀਂ ਖੁਦਾਵੰਦ ਦੇ ਮਹਿਮਾ ਕਰਦੇ ਹੋਇਆਂ ਦੀ ਤਸਵੀਰ ਪੇਜ ਤੇ ਪਾ ਸਕੀਏ ਔਰ ਲੋਕਾਂ ਨੂੰ ਪਤਾ ਲੱਗ ਸਕੇ ਵੀ ਭਾਵੇਂ ਅਸੀਂ ਘਰਾਂ ਦੇ ਵਿੱਚ ਆ, ਪਰਮੇਸ਼ਵਰ ਦੀ ਮਹਿਮਾ ਕਰ ਰਹੇ ਹਾਂ। ਹਾਲੇਲੂਇਆ। ਕੋਈ ਦੁਨੀਆ ਦੀ ਤਾਕਤ ਸਾਨੂੰ ਯਿਸੂ ਮਸੀਹ ਦਾ ਨਾਮ ਲੈਣ ਤੋਂ ਰੋਕ ਨਹੀਂ ਸਕਦੀ, ਚਾਹੇ ਉਹ ਵਾਇਰਸ ਹੋਵੇ, ਚਾਹੇ ਉਹ ਪਾਪ ਦਾ ਵਾਇਰਸ ਹੋਵੇ, ਚਾਹੇ ਉਹ ਕੋਈ ਗਵਰਨਮੈਂਟ ਹੋਵੇ, ਕੋਈ ਵੀ ਸਾਨੂੰ ਪਰਮੇਸ਼ਵਰ ਦਾ ਕੰਮ ਕਰਨ ਤੋਂ, ਖੁਦਾ ਦੇ ਨਾਮ ਲੈਣ ਤੋਂ ਰੋਕ ਨਹੀਂ ਸਕਦੀ। ਅਸੀਂ ਘਰਾਂ 'ਚ ਬੈਠ ਕੇ ਵੀ ਪਰਮੇਸ਼ਵਰ ਦਾ ਨਾਮ ਲੈ ਸਕਦੇ ਹਾਂ। ਹਾਲੇਲੂਇਆ। ਪੜੋ ਮੇਰੇ ਨਾਲ ਦੂਸਰਾ ਇਤਿਹਾਸ, ਉਹਦੀ 29 ਭਾਗ, 29 ਭਾਗ ਦੀ ਦੂਸਰਾ ਇਤਿਹਾਸ 29 ਭਾਗ ਉਹਦੀ 5 ਐਤ ਪੜਾਂਗੇ। ਧੰਨਵਾਦ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਲਾਰਡ ਜੀਸਸ। ਅਤੇ ਉਹਨਾਂ ਨੂੰ ਆਖਿਆ, ਹੈ ਲੇਵੀਓ ਮੇਰੀ ਸੁਣੋ, ਹੁਣ ਤੁਸੀਂ ਆਪੋ ਆਪਣੇ ਆਪ ਨੂੰ ਪਵਿੱਤਰ ਕਰੋ, ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਯਹੋਵਾ ਦੇ ਇਸ ਭਵਨ ਨੂੰ ਵੀ ਪਵਿੱਤਰ ਕਰੋ ਅਤੇ ਇਸ ਪਵਿੱਤਰ ਸਥਾਨ ਵਿੱਚੋਂ ਮੈਲ ਨੂੰ ਕੱਢ ਕੇ ਬਾਹਰ ਲੈ ਜਾਓ। ਸੁਣੋ ਧਿਆਨ ਨਾਲ ਕੀ ਕਹਿ ਰਿਹਾ ਪਰਮੇਸ਼ਵਰ। ਦੂਸਰਾ ਇਤਿਹਾਸ 29 ਭਾਗ ਉਹਦੀ 5 ਆਇਤ ਵਿੱਚ, ਹੈ ਲੇਵੀਓ ਮੇਰੀ ਸੁਣੋ, ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਯਹੋਵਾ ਦੇ ਭਵਨ ਨੂੰ ਵੀ ਪਵਿੱਤਰ ਕਰੋ ਅਤੇ ਇਸ ਪਵਿੱਤਰ ਸਥਾਨ ਵਿੱਚੋਂ ਮੈਲ ਨੂੰ ਕੱਢ ਕੇ ਬਾਹਰ ਲੈ ਜਾਓ। ਪਰਮੇਸ਼ਵਰ ਪੁਰਾਣੇ ਸਮੇਂ ਵਿੱਚ ਉਹਨਾਂ ਨੂੰ ਕਹਿੰਦਾ ਸੀ, ਆਪਣੇ ਆਪ ਨੂੰ ਵੀ ਪਵਿੱਤਰ ਕਰੋ ਤੇ ਚਰਚ ਨੂੰ ਵੀ ਪਵਿੱਤਰ ਕਰੋ, ਤੇ ਇਸ ਚਰਚ ਵਿੱਚੋਂ, ਭਵਨ ਵਿੱਚੋਂ, ਆਪਣੇ ਵਿੱਚੋਂ ਪਾਪ ਦੀ ਮੈਲ ਨੂੰ ਬਾਹਰ ਕੱਢ ਦਿਓ। ਹਾਲੇਲੂਇਆ। ਪਰਮੇਸ਼ਵਰ ਪਵਿੱਤਰ ਹੋਣ ਨੂੰ ਕਹਿ ਰਿਹਾ ਸੀ। ਕੀ ਕਹਿ ਰਿਹਾ ਪਰਮੇਸ਼ਵਰ? ਪਵਿੱਤਰ। ਜਦੋਂ ਤੁਸੀਂ ਪਹਿਲਾ ਕਰੰਥੀਆਂ 3 ਭਾਗ ਉਹਦੀ ਪੜ੍ਹਿਆ 16 ਤੇ 17 ਉਹ 'ਚ ਲਿਖਿਆ, ਤੁਸੀਂ ਪਰਮੇਸ਼ਵਰ ਦੀ ਹੈਕਲ ਹੋ, ਤੇ ਹੈਕਲ ਕੀ ਆ? ਪਵਿੱਤਰ ਆ। ਹੈਕਲ ਕੀ ਆ? ਪਵਿੱਤਰ। ਲਿਖਿਆ, ਜੋ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ ਕਰੇ, ਪਰਮੇਸ਼ਵਰ ਉਹਦਾ ਨਾਸ ਕਰੇਗਾ। ਕਿਉਂ? ਜੋ ਪਰਮੇਸ਼ਵਰ ਦੀ ਹੈਕਲ ਪਵਿੱਤਰ ਆ। ਪਰਮੇਸ਼ਵਰ ਸਾਨੂੰ ਪਵਿੱਤਰ ਬਣਾਉਣਾ ਚਾਹੁੰਦਾ, ਹੋਲੀ ਮੈਨ ਬਣਾਉਣਾ ਚਾਹੁੰਦਾ, ਪਵਿੱਤਰਤਾ ਹੀ ਸਾਡੇ ਤੋਂ ਚਾਹੁੰਦਾ। ਤੇ ਜੇ ਅਸੀਂ ਗੰਦੇ ਬਣੇ ਰਹਿ, ਮਤਲਬ ਕਿ ਪਾਪ ਵਿੱਚ ਰਹਿ, ਬੁਰੀਆਂ ਆਦਤਾਂ ਵਿੱਚ ਰਹਿ, ਬੁਰੇ ਕੰਮਾਂ ਵਿੱਚ ਰਹਿ, ਝੂਠ ਵਿੱਚ ਰਹਿ, ਚੁਗਲੀ ਵਿੱਚ, ਹੇਰਾ ਫੇਰੀ ਵਿੱਚ, ਹਰਾਮਕਾਰੀ ਵਿੱਚ, ਚੀਜ਼ਾਂ ਵੇਚਣ ਲੈਣ ਦੇਣ ਵਿੱਚ ਰਹਿ, ਚਰਚ ਨਾਲ ਰਿਲੇਟਡ ਦੂਜੀਆਂ ਚੀਜ਼ਾਂ ਵਿੱਚ ਜਿਹੜੇ ਕੰਮ ਕਰ ਰਹੇ ਨੇ, ਤੁਸੀਂ ਤੇਲ ਵੇਚ ਗਏ, ਪਾਣੀ ਵੇਚ ਗਏ, ਫੋਟੋ ਵੇਚ ਗਏ, ਆਹ ਵੇਚਤਾ, ਉਹ ਵੇਚਤਾ,
ਲੰਗਰ ਵੇਚਦਾ ਚਰਚ ਵਿੱਚ ਹੀ ਬਣਾ ਕੇ। ਤਾਂ ਪਰਮੇਸ਼ਰ ਕੀ ਕਹਿ ਰਿਹਾ? ਮੈਂ ਨਾਸ ਕਰਾਂਗਾ। ਜੇ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦਾ ਭਵਨ ਸਮਝਦੇ ਹੋ ਤਾਂ ਮੈਂ ਆਪਣੇ ਆਪ ਨੂੰ ਯਿਸੂ ਮਸੀਹ ਦਾ ਭਵਨ ਸਮਝਦਾ ਵਾਂ ਤਾਂ ਮੈਂ ਬੰਦਗੀ ਕਰਨ ਦੇ ਪੈਸੇ ਲਵਾਂ। ਜੀ ਮੈਂ 2 ਲੱਖ ਰੁਪਈਆ ਲੈਣਾ ਮੀਟਿੰਗ ਕਰਨ ਦਾ ਤਾਂ ਮੈਂ ਤਾਂ ਵੇਚ ਦਿੱਤਾ। ਮੈਂ ਤਾਂ ਪ੍ਰਭੂ ਯਿਸੂ ਮਸੀਹ ਨੂੰ ਵੀ ਵੇਚਦਾ ਤੇ ਆ ਪ੍ਰਭੂ ਯਿਸੂ ਮਸੀਹ ਦੇ ਭਵਨ ਨੂੰ ਵੀ ਵੇਚਦਾ। ਫਿਰ ਮੈਂ ਹੈਕਲ ਦੇ ਵਿੱਚ ਵਪਾਰ ਕਰਨ ਲੱਗ ਪਿਆ। ਪਰਮੇਸ਼ਰ ਇਹ ਭਵਨ ਚਰਚ ਮੈਂ ਵਾਂ, ਯਿਸੂ ਮਸੀਹ ਦਾ ਮੇਰੇ ਅੰਦਰ ਪਰਮੇਸ਼ਰ। ਫਿਰ ਤਾਂ ਮੈਂ ਚਰਚ ਨੂੰ ਵੇਚਦਾ ਵਾਂ, ਉਹਦੇ ਕਲਾਮ ਨੂੰ ਵੇਚਦਾ ਪਿਆ। ਮੈਂ ਫ੍ਰੀ ਲਿਆ ਤੇ ਫ੍ਰੀ ਦੇਣਾ। ਮੇਰੇ ਕਲਾਮ ਦਾ, ਬੰਦਗੀ ਦਾ ਕੋਈ ਪੈਸਾ ਨਹੀਂ। ਇੰਤਜ਼ਾਮ ਕਰੋ, ਚੰਗੀ ਸਾਊਂਡ ਹੋਵੇ ਤੇ ਲੋਕਾਂ ਦੇ ਵਿੱਚ ਪਤਾ ਲੱਗੇ ਵੀ ਮੀਟਿੰਗ ਹੋ ਰਹੀ ਆ। ਪੰਪਲੇਟ ਤੁਸੀਂ ਛਪਵਾ ਰਹੇ ਹੋ ਵੀ ਪਰਮੇਸ਼ਰ ਦੇ ਨਾਮ ਦਾ ਪਤਾ ਲੱਗੇ ਵੀ ਮੀਟਿੰਗ ਹੋ ਰਹੀ ਆ। ਇਨਵੀਟੇਸ਼ਨ ਦਿੱਤੇ ਜਾਣ ਲੋਕਾਂ ਨੂੰ ਔਰ ਲਾਈਵ ਮੀਟਿੰਗ ਹੋਵੇ। ਇਹਨਾਂ ਚੀਜ਼ਾਂ ਦੇ ਖਰਚੇ ਹੁੰਦੇ ਨੇ। ਜਾਂ ਜਿਹੜੀਆਂ ਤੁਸੀਂ ਗੱਡੀਆਂ ਜਾਂ ਬੱਸ ਭੇਜਦੇ ਹੋ ਕਰਵਾ ਕੇ, ਜਿਹਦੇ ਵਿੱਚ ਸਾਡੀ ਮੀਡੀਆ ਟੀਮ, ਕੁਆਇਰ ਟੀਮ ਔਰ ਜਿਹੜੇ ਸੇਵਾਦਾਰ ਜਾਂਦੇ ਨੇ, ਇਹਨਾਂ ਟੀਮਾਂ ਦਾ ਖਰਚਾ ਲੈਂਦਾ ਨਹੀਂ, ਸਿਰਫ ਤੁਸੀਂ ਭੇਜਦੇ ਹੋ ਵੀ ਉਹ ਚੀਜ਼ਾਂ ਕਰਵਾ ਕੇ। ਹੋਰ ਕੋਈ ਸਾਡੀ ਫੀਸ ਨਹੀਂ, ਕਿਉਂਕਿ ਮੈਨੂੰ ਪਤਾ ਪਰਮੇਸ਼ਰ ਨੇ ਮੈਨੂੰ ਵੀ ਟੰਗਣਾ ਵਾ। ਜੇ ਮੈਂ ਪਰਮੇਸ਼ਰ ਨੂੰ ਸੂਲੀ ਉੱਤੇ ਟੰਗ ਰਿਹਾ ਨਾ ਪਾਪ ਕਰ ਕਰਕੇ, ਤਾਂ ਜਦੋਂ ਮੇਰੀ ਵਾਰੀ ਹੋਣੀ ਮੈਨੂੰ ਵੀ ਟੰਗਣਾ ਪਰਮੇਸ਼ਰ ਨੇ। ਹਾਲੇਲੂਇਆ, ਹਾਲੇਲੂਇਆ। ਤੇ ਇਸ ਲਈ ਮੈਂ ਵਿਕਿਆ ਨਹੀਂ ਨਾ ਮੈਂ ਵੇਚਣਾ ਯਿਸੂ ਮਸੀਹ ਨੂੰ, ਕਿਉਂਕਿ ਭਵਨ ਦੇ ਵਿੱਚ ਵਪਾਰ ਹੋ ਰਿਹਾ ਸੀ, ਵੇਚਿਆ ਜਾ ਰਿਹਾ ਸੀ ਚੀਜ਼ਾਂ ਨੂੰ। ਤਾਂ ਮੈਂ ਫ੍ਰੀ ਲਿਆ ਤੇ ਫ੍ਰੀ ਦੇਣਾ। ਹਾਲੇਲੂਇਆ। ਅੰਤ ਦੇ ਦਿਨਾਂ ਵਿੱਚ ਬਹੁਤ ਚੀਜ਼ਾਂ ਹੋਣੀਆਂ ਇਦਾਂ ਦੀਆਂ। ਭਲਾਵੇ ਵਿੱਚ ਪਾ ਦੇਣਾ ਸਾਡੇ ਲੋਕਾਂ ਨੂੰ, ਮਸੀਹ ਲੋਕਾਂ ਨੂੰ ਭਰਮਾ ਲੈਣਾ ਸਾਡੇ ਲੋਕਾਂ ਨੂੰ। ਝੂਠੇ ਮਸੀਹਾਂ ਨੇ, ਝੂਠੇ ਨਬੀਆਂ ਨੇ। ਜਿਹੜੀ ਗੱਲ ਕਲਾਮ ਤੋਂ ਬਾਹਰ ਆ ਉਹ ਪਰਮੇਸ਼ਰ ਵੱਲੋਂ ਨਹੀਂ ਆ। ਜਿਹੜੀ ਕਲਾਮ ਦੇ ਵਿੱਚੋਂ ਗੱਲ ਹੋ ਰਹੀ ਆ ਉਹ ਪਰਮੇਸ਼ਰ ਵੱਲੋਂ ਹੈ, ਕਿਉਂਕਿ ਕਲਾਮ ਯਿਸੂ ਮਸੀਹ ਆ। ਕਲਾਮ ਪਰਮੇਸ਼ਵਰ ਹੈ, ਸ਼ਬਦ ਪਰਮੇਸ਼ਵਰ ਯਿਸੂ ਮਸੀਹ ਆ। ਜਿਹੜੀ ਕਲਾਮ ਦੇ ਵਿੱਚੋਂ ਗੱਲ ਹੈ ਉਹ ਪਰਮੇਸ਼ਰ, ਜਿਹੜੀ ਕਲਾਮ ਤੋਂ ਬਾਹਰੋਂ ਗੱਲ ਆ ਰਹੀ ਹੈ ਨਾ ਉਹ ਪਰਮੇਸ਼ਰ ਵੱਲੋਂ ਨਹੀਂ। ਉਹਦਾ ਹੀ ਖੰਡਨ ਕਰੋ, ਉਹਨੂੰ ਕੰਡਮ ਕਰੋ ਉਸ ਗੱਲ ਨੂੰ। ਤੁਸੀਂ ਕਲਾਮ ਨੂੰ ਸੁਣਦੇ ਹੋ, ਬਹੁਤ ਅੱਛੀ ਗੱਲ ਹੈ, ਪਰ ਇਹਨੂੰ ਪੜ੍ਹਨਾ ਵੀ ਆ। ਕਲਾਮ ਕੀ ਕਹਿੰਦਾ? ਇਹਨੂੰ ਕਲਾਮ ਨੂੰ ਜਦ ਤੱਕ ਪੜੋਗੇ ਨਹੀਂ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਪਾਸਟਰ ਆਪਣੇ ਕੋਲੋਂ ਕਹਿ ਰਿਹਾ ਜਾਂ ਕਲਾਮ ਵਿੱਚੋਂ ਕਹਿ ਰਿਹਾ। ਹੁਣ ਇੱਥੇ ਕੀ ਲਿਖਿਆ? ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ। ਪ੍ਰਭੂ ਯਿਸੂ ਮਸੀਹ ਦਾ ਕਲਾਮ ਸਾਨੂੰ ਸਾਫ਼ ਕਰਦਾ। ਮਤਲਬ ਕਿ ਜਦੋਂ ਅਸੀਂ ਵਚਨ ਨੂੰ ਪੜਾਂਗੇ ਨਾ, ਜਦੋਂ ਅਸੀਂ ਇਹਨੂੰ ਪੜ੍ਹਨਾ ਸਟਾਰਟ ਕਰਾਂਗੇ, ਇਹ ਸਾਡੇ ਵਿੱਚੋਂ ਪਾਪ ਖਤਮ ਕਰੂਗਾ। ਜੇ ਅਸੀਂ ਝੂਠ ਬੋਲਦੇ, ਕਲਾਮ 'ਚ ਲਿਖਿਆ ਝੂਠ ਬੋਲਣਾ ਪਾਪ, ਅਸੀਂ ਝੂਠ ਨੂੰ ਛੱਡਾਂਗੇ। ਫਿਰ ਲਿਖਿਆ ਤੂੰ ਵਿਚਾਰ ਨਾ ਕਰ, ਚੋਰੀ ਨਾ ਕਰ, ਹਰਾਮ ਕਰ, ਨਵੇਂ ਨੇਮ ਵਿੱਚ ਲਿਖੀਆਂ ਹੋਈਆਂ ਗੱਲਾਂ। ਫਿਰ ਜੇ ਤੁਸੀਂ ਕਲਾਮ ਨੂੰ ਪੜ੍ਹਦੇ ਜਾਓਗੇ ਇਹ ਪਾਪ ਛੱਡਦੇ ਜਾਓਗੇ। ਮਤਲਬ ਕਿ ਕਲਾਮ ਤੁਹਾਨੂੰ ਧੋਊਗਾ, ਸਾਫ਼ ਕਰਦਾ ਵਾ ਕਲਾਮ। ਜਦ ਤੱਕ ਤੁਸੀਂ ਕਲਾਮ ਨੂੰ ਪੜੋਗੇ ਨਹੀਂ ਤਾਂ ਤੁਸੀਂ ਕਿੱਦਾਂ ਯਕੀਨ ਕਰ ਸਕਦੇ ਹੋ? ਹੁਣ ਮੰਨ ਲਓ ਕੋਈ ਪਾਸਟਰ, ਮੈਂ ਝੂਠੀ ਤੁਹਾਨੂੰ ਭਵਿੱਖਬਾਣੀ ਕਰ ਦੇਵਾਂ ਵੀ ਆ ਆਉਣ ਵਾਲੇ ਦਿਨਾਂ ਤੱਕ ਤੁਹਾਡੀ ਮੌਤ ਹੋ ਜਾਊਗੀ, ਜਾਂ ਆਹ ਚੀਜ਼ ਆ ਜਾਣੀ, ਆਫਤ ਆ ਜਾਣੀ, ਆ ਹੋ ਜਾਣਾ, ਉਹ ਹੋ ਜਾਣਾ। ਕਲਾਮ 'ਚ ਹੁੰਦਾ ਨਾ ਹੋਵੇ। ਤੁਸੀਂ ਕਲਾਮ 'ਚ ਪੜੋ, ਜਿੰਨੀਆਂ ਵੀ ਭਵਿੱਖਬਾਣੀਆਂ ਪ੍ਰਕਾਸ਼ ਦੀ ਪੋਥੀ ਵਿੱਚ ਲਿਖੀਆਂ, ਯਸ਼ਾਇਆ, ਜਰਮੀਆ ਨੇ ਅਮੋਸ ਦੀ ਕਿਤਾਬ ਵਿੱਚ ਲਿਖੀਆਂ, ਉਹ ਪੂਰੀਆਂ ਹੋਣੀਆਂ। ਇਹਨਾਂ ਤੋਂ ਇਲਾਵਾ ਹੋਰ ਕੋਈ ਭਵਿੱਖਬਾਣੀ ਨਹੀਂ ਆ ਜਿਹੜੀ ਆਪਣੀ ਮਰਜ਼ੀ ਨਾਲ ਵੀ ਪਾਸਟਰ ਕਰ ਦੇਵੇ ਲਾ 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 ਹੋ ਜੂਗੀ। ਜਿੰਨੀਆਂ ਭਵਿੱਖਬਾਣੀਆਂ ਹੋਣੀਆਂ ਨੇ ਨਾ ਪੂਰੀਆਂ, ਉਹ ਸਾਰੀਆਂ ਬਾਈਬਲ 'ਚ ਲਿਖੀਆਂ ਹੋਈਆਂ ਨੇ। ਬਾਈਬਲ 'ਚ ਲਿਖੀਆਂ ਹੋਈਆਂ ਨੇ ਵੀ ਅੱਗ ਨਾਲ ਦੁਨੀਆ ਤਬਾਹ ਹੋਊਗੀ, ਗੰਧਕ ਨਾਲ। ਮਲਾਕੀ ਦੀ ਕਿਤਾਬ ਵਿੱਚ ਲਿਖਿਆ ਹੋਇਆ, ਪਤਰਸ ਦੀ ਕਿਤਾਬ ਵਿੱਚ ਲਿਖਿਆ, ਅੱਗ ਨਾਲ ਤਬਾਹ ਹੋਊਗੀ ਇਹ ਦੁਨੀਆ ਆਉਣ ਵਾਲੇ ਸਮੇਂ ਵਿੱਚ। ਪਰਮੇਸ਼ਰ ਬੱਦਲਾਂ ਉੱਤੇ ਆਵੇਗਾ, ਆਕਾਸ਼ ਤਾਰੇ ਹਿਲਾਏ ਜਾਣਗੇ, ਧਰਤੀ ਹਿਲਾਈ ਜਾਊਗੀ, ਭੁਚਾਲ ਆਉਣਗੇ। ਤੇ ਮੈਂ ਭਵਿੱਖਬਾਣੀ ਕਰ ਦਵਾਂ ਉਹ ਆਉਣ ਵਾਲੇ ਦਿਨਾਂ ਵਿੱਚ ਭੁਚਾਲ ਆਉਣੇ, ਉਹ ਬਾਈਬਲ 'ਚ ਪਹਿਲਾਂ ਹੀ ਭਵਿੱਖਬਾਣੀ ਆ। ਮੈਂ ਕਹਿ ਦਵਾਂ ਸੂਰਜ ਲਾਲ ਹੋ ਜਾਊਗਾ, ਚੰਦਰਮਾ ਕਾਲਾ ਹੋ ਜਾਊਗਾ, ਤਾਰੇ ਡਿੱਗ ਪੈਣਗੇ, ਬਾਈਬਲ 'ਚ ਲਿਖੀਆਂ ਹੋਈਆਂ ਨੇ। ਮੱਤੀ ਦੀ ਅੰਜੀਲ 24 ਭਾਗ ਪੜ੍ਹ ਲਓ, ਸਾਰੀਆਂ ਭਵਿੱਖਬਾਣੀਆਂ। ਲੂਕਾ ਦੀ ਅੰਜੀਲ 21 ਭਾਗ ਪੜ੍ਹ ਲਓ, ਸਾਰੀਆਂ ਭਵਿੱਖਬਾਣੀਆਂ ਹੋਣ ਵਾਲੇ ਸਮੇਂ ਦੀਆਂ। ਤੇ ਕੋਈ ਪਾਸਟਰ ਉਹੀ ਕਰੀ ਜਾਵੇ ਭਵਿੱਖਬਾਣੀ, ਮੈਂ ਭਵਿੱਖਬਾਣੀ ਕਰਦਾ, ਕੋਈ ਨਬੀ ਕਰੀ ਜਾਵੇ ਭਵਿੱਖਬਾਣੀ ਮੈਂ ਕਰਦਾ। ਤੁਸੀਂ ਕਹੋ ਜੀ ਪਹਿਲਾਂ ਹੀ ਹੋਈਆਂ ਨੇ। ਉਹ ਬਚੋ, ਬਚੋ। ਕਲਾਮ ਨੂੰ ਪੜੋ, ਕਲਾਮ ਨੇ ਤੁਹਾਨੂੰ ਸਾਫ਼ ਕਰਨਾ। ਇਹ ਵਚਨ ਸਾਨੂੰ ਪਵਿੱਤਰ ਬਣਾਉਂਦਾ।
ਇਹ ਪਵਿੱਤਰਤਾ ਹੀ ਸਾਡੀ ਜ਼ਿੰਦਗੀ 'ਚ ਲੈ ਕੇ ਆਉਂਦਾ। ਜੇ ਪਵਿੱਤਰਤਾ ਹੀ ਸਾਡੀ ਜ਼ਿੰਦਗੀ 'ਚ ਨਹੀਂ ਤੇ ਯਿਸੂ ਮਸੀਹ ਸਾਡੇ ਲਾਗੇ ਖੜਾ ਰੋ ਰਿਹਾ ਵਾ। ਅੱਜ ਜੇ ਤੁਸੀਂ ਕਲਾਮ ਸੁਣਦੇ ਹੋ ਨਾ, ਜਿੱਥੇ ਵੀ ਹੋ, ਚਾਹੇ ਪਾਕਿਸਤਾਨ ਚੋਂ, ਕੈਨੇਡਾ, ਅਮਰੀਕਾ, ਇੰਗਲੈਂਡ, ਕਿਸੇ ਵੀ ਕੰਟਰੀ ਵਿੱਚੋਂ, ਤਾਂ ਯਿਸੂ ਮਸੀਹ ਤੁਹਾਡੇ ਲਾਗੇ ਖੜਾ ਰੋਂਦਾ ਪਿਆ ਇਸ ਟਾਈਮ। ਤੁਹਾਡੀ ਜੇਬ ਵਿੱਚ ਨਸ਼ਾ, ਤੁਹਾਡੇ ਘਰ ਵਿੱਚ ਸ਼ਰਾਬ ਪਈ ਆ, ਵਿਸਕੀ ਪਈ ਆ, ਰਮ ਪਈ ਆ, ਤੁਹਾਡੇ ਘਰਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ, ਤੇ ਤੁਸੀਂ ਸੁਣਦੇ ਕਲਾਮ ਹੋ ਤੇ ਯਿਸੂ ਮਸੀਹ ਰੋਣ ਡਿਆ ਇਸ ਟਾਈਮ। ਪਤਾ ਵੀ ਉਹ ਤੁਸੀਂ ਚੱਕ ਕੇ ਬਾਅਦ ਚੋਂ ਪੀਣੀ ਆ। ਫੋਨ ਦੇ ਵਿੱਚ ਤੁਹਾਡੇ ਗੰਦੀਆਂ ਸੈਕਸੀ ਬਲੂ ਫਿਲਮਾਂ ਪਈਆਂ ਨੇ, ਤਾਂ ਪਰਮੇਸ਼ਵਰ ਨੇ ਰੋਣਾ। ਉਹ ਕਹਿਣਾ ਉਸੇ ਫੋਨ ਵਿੱਚ ਕਲਾਮ ਹੈ, ਉਸੇ ਫੋਨ ਵਿੱਚ ਭਜਨ ਹੈ, ਉਸੇ ਫੋਨ ਵਿੱਚ ਤੇਰੇ ਗੰਦੀਆਂ ਫਿਲਮਾਂ ਪਈਆਂ ਜਿਹੜੀਆਂ ਦੇਖਣੀਆਂ ਤੂੰ। ਪਰਮੇਸ਼ਰ ਕਹਿੰਦਾ ਫੇਕ ਆਈਡੀਆਂ ਬਣਾ ਕੇ ਤੂੰ ਜਿਹੜੀਆਂ ਚੈਟਿੰਗਾਂ ਕਰਦਾ ਵੀ, ਕਿ ਨਾਲੇ ਤੂੰ ਇੱਕ ਬੰਨੇ ਆਪਣੇ ਨਾਮ ਦੇ ਨਾਲ ਇਵੈਂਜਲਿਸਟ ਲਾਉਣ ਡਿਆ, ਇੱਕ ਬੰਨੇ ਤੂੰ ਕਹਿੰਦਾ ਮੈਂ ਪਰਮੇਸ਼ਰ ਦਾ ਖਾਦਮ ਆ, ਮੈਂ ਦੁਆ ਕਰਨੀ ਆ, ਪ੍ਰਾਰਥਨਾ ਕਰਨੀ, ਇੱਕ ਬੰਨੇ ਤੂੰ ਪਰਮੇਸ਼ਰ ਦਾ ਦਾਸ ਹੋ ਕੇ ਗਲਤ ਕੰਮ ਕਰ ਰਿਹਾ। ਇੱਕ ਬੰਨੇ ਤੂੰ ਪਰਮੇਸ਼ਰ ਦਾ ਖਾਦਮ ਹੈ, ਦੂਜੇ ਬੰਨੇ ਤੂੰ ਬਿਜ਼ਨਸ ਕਰ ਰਿਹਾ, ਪਰਮੇਸ਼ਰ ਦਾ ਨਾਮ ਬਿਜ਼ਨਸ ਲਈ ਇਸਤੇਮਾਲ ਕਰਨ ਡਿਆ। ਤੂੰ ਰੋ ਰਿਹਾ, ਪਰਮੇਸ਼ਰ ਤੇਰੇ ਲਾਗੇ ਖੜਾ। ਪਵਿੱਤਰ ਬਣੋ, ਨਹੀਂ ਤਾਂ ਯਿਸੂ ਮਸੀਹ ਨੇ ਜੁੱਤੀ ਤਾਂ ਫੇਰਨੀ ਆ। ਇਹ ਪੰਜਾਬੀ ਹੈ, ਥੋੜੀ ਜਿਹੀ ਬਰਦਾਸ਼ਤ ਕਰਨੀ ਆ। ਉਸ ਸਮੇਂ ਯਿਸੂ ਮਸੀਹ ਨੇ ਸੈਂਟਾ ਚੱਕਿਆ ਸੀ, ਤੇ ਅੱਜ ਵੀ ਯਿਸੂ ਮਸੀਹ ਨੇ ਜੁੱਤੀ ਚੱਕੀ ਹੋਈ ਆ। ਆ ਜਿਹੜੀ ਮਾਰ ਪੈ ਰਹੀ ਆ, ਹਾਲੇਲੂਇਆ। ਤੇ ਕਲਾਮ ਨਾਲ ਹੀ ਤਾੜਦਾ ਪਰਮੇਸ਼ਰ। ਸੰਤ ਪੌਲ ਵੀ ਕਹਿੰਦਾ ਸੀ ਆਪਣੀ ਕਲੀਸਿਆ ਨੂੰ, ਵੀ ਕਹਿੰਦਾ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਹੁਣ ਮੈਂ ਤੁਹਾਡੇ ਤੋਂ ਡੰਡਾ ਲੈ ਕੇ ਆਵਾਂ, ਵੀ ਸੈਂਟਾ ਚੱਕਾਂ? ਸੰਤ ਪੌਲ ਕਹਿੰਦਾ। ਤੇ ਅੱਜ ਦੇ ਸਮੇਂ ਵਿੱਚ ਵੀ ਪਰਮੇਸ਼ਵਰ ਨੂੰ ਸੈਂਟਾ ਚੱਕਣਾ ਪੈਣਾ ਕਲਾਮ ਦੇ ਦੁਆਰਾ। ਤਾਂ ਪਰਮੇਸ਼ਵਰ ਤੁਹਾਨੂੰ ਤਾੜ ਲਾਉਂਦਾ ਪਿਆ ਵਚਨ ਦੇ ਦੁਆਰਾ। ਜੇ ਕੋਈ ਪਾਸਟਰ ਤੁਹਾਨੂੰ ਸਿੱਧਾ ਵਚਨ ਸੁਣਾਉਂਦਾ ਤਾਂ ਤੁਹਾਨੂੰ ਬੁਰਾ ਲੱਗਦਾ, ਉਹ ਇਹ ਉੱਚੀ ਬੜਾ ਬੋਲਦਾ, ਇਹ ਸਿੱਧੀਆਂ ਗੱਲਾਂ ਕਹਿੰਦਾ, ਮਿੱਠੀਆਂ ਗੱਲਾਂ ਸੁਣ ਕੇ ਤਾਂ ਸ਼ੂਗਰ ਹੋ ਗਈ ਆ। ਮਿੱਠਾ ਕਲਾਮ ਸੁਣ ਕੇ ਕੰਨਾਂ ਦੀ ਖੁਜਲੀ ਮਟਾਉਣੀ। ਹਾਂ ਤੁਹਾਨੂੰ ਗੱਡੀ ਮਿਲਣ ਵਾਲੀ ਆ, ਤੁਹਾਨੂੰ ਬੇਟੇ ਦੀ ਆਸ਼ੀਸ਼ ਮਿਲ ਜਾਣੀ, ਜਿੰਨੇ ਆਨਲਾਈਨ ਮੈਨੂੰ ਦੇਖਣ ਦਾ ਤੁਹਾਡੀ ਬੈਂਕ 'ਚ ਪੈਸੇ ਆ ਜਾਣੇ। ਇਹ ਕਲਾਮ ਤੁਹਾਨੂੰ ਚੰਗਾ ਲੱਗਣਾ। ਤੇ ਜੇ ਮੈਂ ਇਹ ਕਲਾਮ ਸੁਣਾ ਦਿੱਤਾ, ਓਏ ਪੈਸੇ ਪੂਸੇ ਨਹੀਂ ਮਿਲਨੇ, ਸਵਰਗ ਜਾਣ ਦੀ ਤਿਆਰੀ ਕਰੋ। ਜੇ ਤਾਂ ਸੱਚੇ ਦਿਲੋਂ ਮੰਨੂਗੇ, ਪਾਪਾਂ ਤੋਂ ਤੌਬਾ ਕਰੋਗੇ, ਸਵਰਗ 'ਚ ਜਾਓਗੇ, ਨਹੀਂ ਤਾਂ ਨਰਕ ਦੀ ਟਿਕਟ ਪੱਕੀ ਆ। ਹਾਲੇਲੂਇਆ। ਤੇ ਜਿਹੜੇ ਇਦਾਂ ਦੇ ਭਵਿੱਖਬਾਣੀਆਂ ਕਰਦੇ ਨੇ ਨਾ, ਝੂਠੇ ਨਬੀ, ਉਹਨਾਂ ਦੀ ਵੀ ਨਰਕ ਦੀ ਟਿਕਟ ਪੱਕੀ ਆ। ਕਿਉਂਕਿ ਪਰਮੇਸ਼ਰ ਕਹਿੰਦਾ ਜਿਹੜੇ ਮੇਰੀ ਹੈਕਲ ਦਾ ਨਾਸ ਕਰਦਾ, ਮੈਂ ਵੀ ਉਹਦਾ ਨਾਸ ਕਰੂੰਗਾ। ਜੇ ਮੈਂ ਹੀ ਤੁਹਾਨੂੰ ਗਲਤ ਰਾਹ ਤੇ ਲੈ ਕੇ ਜਾਊਂਗਾ, ਤਾਂ ਯਿਸੂ ਮਸੀਹ ਨੇ ਪਹਿਲਾਂ ਮੈਨੂੰ ਟੰਗਣਾ, ਮੈਨੂੰ ਕੁੱਟ ਪੈਣੀ ਆ, ਕਿਉਂਕਿ ਪਰਮੇਸ਼ਰ ਨੇ ਪਹਿਲਾਂ ਮੇਰਾ ਨਾਸ ਕਰਨਾ। ਅੱਜ ਸਾਡੇ ਲੋਕਾਂ ਨੂੰ ਸੱਚਾ ਕਲਾਮ ਕੌੜਾ ਲੱਗਦਾ। ਨਿੰਮ ਖਾਣੀ ਕੌੜੀ ਲੱਗਦੀ ਹੁੰਦੀ ਆ, ਪਰ ਨਿੰਮ ਦਾ ਅਸਰ ਬਾਅਦ ਚੋਂ ਪਤਾ ਲੱਗਦਾ ਅੰਦਰ ਜਾ ਕੇ। ਤੇ ਸੱਚਾ ਕਲਾਮ ਕੌੜਾ ਲੱਗਣਾ ਲੋਕਾਂ ਨੂੰ, ਕਹਿਣਾ ਉਹਦੀ ਨਿੰਦਿਆ ਕਰਦਾ। ਮੈਂ ਕਿਸੇ ਦੀ ਮੈਂ ਕਲਾਮ ਸੁਣਾਉਣਾ ਬਸ ਸਿਰਫ ਕਲਾਮ। ਪ੍ਰਭੂ ਕਹਿੰਦਾ ਅੰਦਰੋਂ ਮੈਲ ਕੱਢੋ। ਬਾਈਬਲ 'ਚ ਲਿਖਿਆ ਮੱਤੀ ਦੀ ਅੰਜੀਲ, ਲੂਕਾ ਦੀ ਅੰਜੀਲ ਦੇ ਵਿੱਚ ਝੂਠੇ ਨਬੀ ਖੜੇ ਹੋਣੇ ਨੇ, ਤੇ ਝੂਠੇ ਨਬੀ ਅੱਜ ਦੇ ਸਮੇਂ ਬਹੁਤ ਆ। ਸੰਤ ਪਹਿਲੂਸ ਦੇ ਸਮੇਂ ਝੂਠੇ ਨਬੀ ਵੀ ਖੜੇ ਹੋ ਗਏ ਸੀ, ਫੁੱਟ ਪੈ ਗਈ ਸੀ ਉਹਨਾਂ ਦੇ ਵਿੱਚ ਵੀ। ਤੇ ਅੱਜ ਦੇ ਸਮੇਂ ਵਿੱਚ ਵੀ ਫੁੱਟ ਪਈ ਹੋਈ ਮਸੀਹ ਲੋਕਾਂ ਵਿੱਚ। ਜਿੱਥੇ ਸੱਚਾ ਕਲਾਮ ਹੋਊਗਾ, ਉੱਥੇ ਆਜ਼ਾਦੀ ਹੋਊਗੀ। ਅੱਜ ਸਾਡੇ ਲੋਕਾਂ ਦੇ ਅੰਦਰ ਮੈਲ ਭਰ ਗਈ ਆ। ਕੁਝ ਸਾਡੇ ਵਰਗੇ ਲੋਕਾਂ ਨੇ ਮੈਲ ਭਰ ਦਿੱਤੀ ਆ, ਮੈਲ ਭਰ ਦਿੱਤੀ ਆ ਦੁਨਿਆਵੀ ਅਭਿਲਾਸ਼ਾ ਦਿਖਾ ਕੇ। ਸਾਡੇ ਅੰਦਰੋਂ ਮੈਲ ਕੱਢਣੀ ਆ ਕਲਾਮ ਨੇ। ਕਲਾਮ ਨੂੰ, ਬਾਈਬਲ ਨੂੰ ਪੜੋ ਆਪਣੀ ਬਾਈਬਲ ਨੂੰ। ਇੱਕ ਬੰਦਾ ਮੈਨੂੰ ਕਹਿੰਦਾ, ਪਾਸਟਰ ਜੀ ਮੈਂ ਫੋਨ ਦੇ ਵਿੱਚ ਬਾਈਬਲ ਭਰ ਲਈ, ਮੋਬਾਈਲ ਦੇ ਵਿੱਚ ਬਾਈਬਲ ਰੱਖੀ ਹੋਈ ਆ। ਮੈਂ ਜਦੋਂ ਦਾ ਮੋਬਾਈਲ ਚੈੱਕ ਕੀਤਾ, ਵਿੱਚ ਹਿੰਦੀ ਫਿਲਮਾਂ ਰੱਖੀਆਂ ਹੋਈਆਂ, ਵਿੱਚ ਹਿੰਦੀ ਗਾਣੇ, ਪੰਜਾਬੀ ਗਾਣੇ। ਉਹ ਮੈਂ ਕਿਹਾ ਯਾਰ ਉਸੇ ਫੋਨ ਵਿੱਚ ਤੇਰੇ ਗਾਣੇ, ਉਸੇ ਫੋਨ ਵਿੱਚ ਤੇਰੀ ਬਾਈਬਲ, ਇਹ ਕੀ ਚੱਕਰ? ਕਹਿੰਦਾ ਪਾਸਟਰ ਜੀ ਘਰ ਵਾਲੀ ਮੇਰੀ ਗਾਣੇ ਸੁਣਦੀ ਹੁੰਦੀ, ਉਹਨੂੰ ਤਾਂ ਗਾਣੇ ਭਰ ਕੇ ਦਿੱਤੇ, ਮੈਂ ਬਾਈਬਲ ਪੜ੍ਹਦਾ ਤਾਂ। ਮੈਂ ਕਿਹਾ ਤੇਰਾ ਫੋਨ ਪਵਿੱਤਰ ਨਹੀਂ ਆ, ਇਹ ਬਾਈਬਲ ਪਵਿੱਤਰ ਆ, ਬਾਈਬਲ ਨੂੰ ਪੜ੍ਹ। ਇਹ ਫੋਨ ਵਿੱਚ ਬਾਈਬਲ ਰੱਖਣ ਦਾ ਕੋਈ ਫਾਇਦਾ ਨਹੀਂ। ਜਿਹੜੀ ਆਹ ਬਾਈਬਲ ਹੈ ਇਹਨੂੰ ਪੜ੍ਹ। ਜੇ ਫੋਨ 'ਚ ਬਾਈਬਲ ਰੱਖਣੀ ਹੈ ਤਾਂ ਪਹਿਲਾਂ ਇਹਦੀ ਸਫਾਈ ਕਰ ਲਾ ਫੋਨ ਦੀ। ਫੋਨ ਨੂੰ ਚੰਗੇ ਕੰਮਾਂ ਲਈ ਇਸਤੇਮਾਲ ਕਰ। ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿੰਦੀਆਂ। ਉਸੇ ਫੋਨ ਵਿੱਚ ਤੂੰ ਸੈਕਸੀ ਬਲੂ ਫਿਲਮਾਂ ਰੱਖੀਆਂ ਹੋਈਆਂ, ਉਸੇ ਫੋਨ 'ਚ ਤੂੰ ਬਾਈਬਲ ਰੱਖੀ ਆ, ਉਸੇ ਫੋਨ ਵਿੱਚ ਤੂੰ ਗਲਤ ਚੈਟਿੰਗ ਕਰਦਾ, ਉਸੇ ਫੋਨ ਵਿੱਚ ਤੂੰ ਕਲਾਮ ਭਰਿਆ ਹੋਇਆ। ਇਹ ਥੋੜਾ ਜਿਹਾ ਸ਼ਬਦ ਕੌੜੇ ਲੱਗਣੇ ਆ ਤੁਹਾਨੂੰ, ਸੱਚਾਈ ਹੈ। ਭਵਨ ਦੀ ਸਫਾਈ ਹੋਣੀ ਆ, ਤੁਹਾਡੀ ਸਫਾਈ ਹੋਣ ਡਈ ਆ ਭਵਨ ਦੀ। ਉਹ 25 ਦਸੰਬਰ ਨੂੰ ਸ਼ਰਾਬਾਂ ਪੀ ਕੇ ਕ੍ਰਿਸਮਸ ਮਨਾਉਣ ਦਾ, 24 ਰਾਤ ਨੂੰ ਬੀਅਰ ਪੀ ਕੇ, ਸ਼ਰਾਬਾਂ ਪੀ ਕੇ, ਭੰਗੜੇ ਪੀ ਕੇ ਕ੍ਰਿਸਮਸ ਮਨਾ ਲਿਆ। ਫਿਰ ਕਹਿੰਦੇ ਪ੍ਰਭੂ ਯਿਸੂ ਮਸੀਹ ਤੇਰਾ ਧੰਨਵਾਦ ਆ ਵੀ ਅਸੀਂ ਬਹੁਤ ਅੱਛਾ ਕ੍ਰਿਸਮਸ ਮਨਾਇਆ। ਉਹ ਕਾਹਦਾ ਕ੍ਰਿਸਮਸ? ਤੁਸੀਂ ਤਾਂ ਭਵਨ ਜਿਹੜਾ ਪਰਮੇਸ਼ਰ ਦਾ ਅਸੀਂ ਆ, ਭਵਨ ਨੂੰ ਭ੍ਰਿਸ਼ਟ ਕੀਤਾ ਹੋਇਆ। ਪਰਮੇਸ਼ਰ ਕਹਿੰਦਾ ਮੈਲ ਕੱਢੋ ਭਵਨ ਚੋਂ, ਤੇ ਮੈਲ ਕੱਢਣੀ
दिया इस कलाम ने। और पढ़ो मेरे नाल पहला यूहन्ना यूहन्ना दी पहली पत्री ओदा पहला भाग ओदी 7 आयत विच। पर जे असी चानण विच चलीए जिवें ओ चानण विच है तां साडी आपो विच संगति है अते ओदे पुत्र यीशु दे लहू यीशु दा लहू सानू सारे पापां तो शुद्ध करदा। यीशु मसीह दे लहू ने सानू धोना। गल समझ आ रही है? पहला कलाम, दूसरा लहू सानू धोंदा वा, साडी सफाई करदा। वो दाग लाने आ ਜਿਹੜੇ ਦਾਗ ਪਾਪ ਦੇ ਗੁਨਾਹ ਦੇ ਬਦੀ ਦੇ ਸਾਡੇ ਅੰਦਰ ਲੱਗੇ ਹੋਏ ਨੇ तो प्रभु यीशु मसीह ਦੇ ਲਹੂ ਨੇ ਲਾਉਣੇ ਆ। ਤੇ ਜਦੋਂ ਅਸੀਂ ਯੀਸ਼ੂ ਮਸੀਹ ਦੇ ਲਹੂ ਕਿਦਾਂ ਮਤਲਬ ਲਹੂ ਇਹ ਥੋੜੋ ਆ ਵੀ ਮੈਂ ਕੋਈ ਰੂਹ ਅਫਜ਼ਾ ਘੋਲ ਕੇ ਕਹਾਂ ਲਓ ਜੀ ਲਹੂ ਬਣ ਗਿਆ, ਪਾਣੀ ਤੇ ਦਵਾ ਕਰਨਾ ਲਓ ਜੀ ਲਹੂ ਨਹਾਲੋ ਇਹਦੇ ਨਾਲ ਜਾ ਕੇ ਤੁਹਾਡੇ ਪਾਪ ਧੋਤੇ ਹੋਏ, ਇਦਾਂ ਨਹੀਂ ਆ। ਜਦੋਂ ਅਸੀਂ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰ ਲਿਆ, ਨੇਚਾ ਕਰ ਲਈ ਯੀਸ਼ੂ ਮਸੀਹ ਦੇ ਉੱਤੇ ਵੀ ਯੀਸ਼ੂ ਮਸੀਹ ਨੇ ਮੇਰੇ ਲਈ ਮਾਰ ਖਾਧੀ, ਮੇਰੇ ਲਈ ਮੁਰਦਿਆਂ ਵਿੱਚੋਂ ਜੀ ਉੱਠਿਆ, ਉਹਦਾ ਲਹੂ ਮੇਰੇ ਲਈ ਬਹਾਇਆ ਗਿਆ, ਤਾਂ ਵਿਸ਼ਵਾਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਲਹੂ ਆ ਜਾਂਦਾ ਵਾ। ਵਿਸ਼ਵਾਸ ਕਰਨ ਦੇ ਨਾਲ ਤੁਹਾਡੇ ਪਰਿਵਾਰਾਂ ਵਿੱਚ ਲਹੂ ਆ ਜਾਂਦਾ। ਵਿਸ਼ਵਾਸ ਕਰਨ ਨਾਲ ਤੁਸੀਂ ਲਹੂ ਦੇ ਨਾਲ ਸਾਫ਼ ਹੋ ਜਾਂਦੇ ਆ। ਹਾਲੇਲੂਇਆ, ਤਾਰੀਫ ਕਰੋ ਯੀਸ਼ੂ ਮਸੀਹ ਦੇ ਲਈ। ਧੰਨਵਾਦ। ਹਾਲੇਲੂਇਆ। ਇਹ ਪਵਿੱਤਰ ਲਹੂ ਯਿਸੂ ਮਸੀਹ ਦਾ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਐਕਟੀਵੇਟ ਹੋ ਜਾਂਦਾ ਵਾ। ਹੋਰ ਕਿਤੇ ਇਦਾਂ ਨਹੀਂ ਵੀ ਪਾਣੀ ਦੇ ਦਵਾ ਕਰਤੀ ਲਹੂ ਬਣ ਗਿਆ ਲਓ ਜੀ ਪੀਜੋ ਤੁਹਾਡੇ ਅੰਦਰੋਂ ਪਾਪ ਨਿਕਲ ਜਾਣੇ ਬਾਹਰ, ਉਹ ਇਦਾਂ ਨਹੀਂ ਕੁਝ ਵੀ ਹੁੰਦਾ ਵੀ ਮੈਂ ਪਾਣੀ ਤੇ ਦਵਾ ਕਰ ਦੇਵਾਂ ਜਾਂ ਮੈਂ ਤੁਹਾਨੂੰ ਕਹਾਂ ਬੱਕਰੇ ਦਾ ਲਹੂ ਲੈ ਲਓ ਉਹ ਚ ਦਵਾ ਕਰਕੇ ਜਲ ਪਾ ਲਓ ਲਹੂ ਬਣ ਗਿਆ ਤੇ ਕੰਧਾਂ ਤੇ ਵੀ ਲਾ ਲਿਓ ਪਿੰਡੇ ਤੇ ਵੀ ਲਾ ਲਿਓ ਤੁਹਾਡੇ ਪਾਪ ਮਾਫ ਹੋਏ। ਇਦਾਂ ਕੁਝ ਨਹੀਂ ਹੋਣਾ, ਪਖੰਡੀ ਵਹਿਮ ਹੈ ਵਹਿਮ। ਜਦੋਂ ਤੁਸੀਂ ਵਿਸ਼ਵਾਸ ਹੀ ਕਰਦੇ ਨਾ ਯਿਸੂ ਮਸੀਹ ਦੇ ਉੱਤੇ ਉਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦਾ ਲਹੂ ਆ ਜਾਂਦਾ ਵਾ। ਤੇ ਜਦੋਂ ਕਲਾਮ ਨੂੰ ਪੜ੍ਹਦੇ ਆ ਤਾਂ ਤੁਹਾਡੀ ਅੰਦਰੋਂ ਸਫਾਈ ਕਰਨ ਲੱਗ ਪੈਂਦਾ ਏ। ਹਾਲੇਲੂਇਆ। ਤੇ ਵਹਿਮਾਂ ਭਰਮਾਂ ਚੋਂ ਬਾਹਰ ਨਿਕਲਣਾ ਵਾ। ਉਹ ਪਿੱਛੇ ਜੇ ਬੜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ, ਬਾਈਬਲ ਦੇ ਵਿੱਚੋਂ ਵਾਲ ਨਿਕਲਿਆ ਘੋਲ ਕੇ ਪੀ ਜਾਓ। ਉਹ ਕਮਾਲ ਹੋ ਗਈ ਆ। ਉਹ ਪਤਾ ਨਹੀਂ ਕਿਹੜਾ ਭਾਈ ਸੀ ਕਿਹੜੀ ਭੈਣ ਸੀ ਜਿਹਨੇ ਆ ਪਖੰਡ ਤੋੜ ਦਿੱਤਾ। ਬਾਈਬਲ ਦੇ ਵਿੱਚੋਂ ਵਾਲ ਨਿਕਲਣ ਡੈ, ਉਹ ਭਾਵੇਂ ਆਪਣੀ ਪੜ੍ਹਦੇ ਉਹਦੀ ਵਾਲ ਕਿਤੇ ਦਵਾ ਕਰਦੇ ਵਾਲ ਡੱਗ ਗਏ, ਹੁਣ ਉਹਨੇ ਬਾਈਬਲ ਬੰਦ ਕੀਤੀ ਜਦੋਂ ਖੋਲੀ ਹੋਣੀ, ਓ ਮਾਈ ਗੋਡ ਮੇਰੇ ਵਾਲ ਕਹਿੰਦੇ ਨਹੀਂ ਯਿਸੂ ਮਸੀਹ ਦੇ ਵਾਲ ਆ ਘੋਲ ਕੇ ਪੀ ਜਾਓ। ਉਹ ਪਖੰਡੀ ਪਖੰਡ ਇਦਾਂ ਦੇ ਬਾਈਬਲ 'ਚ ਕਿੱਥੇ ਲਿਖਿਆ ਇਦਾਂ ਦੇ ਪਖੰਡ ਕਰੋ। ਬਾਈਬਲ ਦਾ ਖੰਡਨ ਕਰਦੀ ਹੈ, ਇਹੋ ਜਿਹੇ ਕੰਮਾਂ ਨੂੰ ਕੰਡਮ ਕਰਦੀ ਆ, ਪਖੰਡਵਾਦ ਨੂੰ। ਇਦਾਂ ਦੇ ਪਖੰਡਾਂ ਤੋਂ ਬਾਹਰ ਆਓ। ਬਾਈਬਲ ਦੇ ਵਿੱਚ ਕਿਤੇ ਨਹੀਂ ਇਦਾਂ ਦੇ ਪਖੰਡ ਲਿਖੇ ਹੋਏ ਵੀ ਤੁਹਾਡੇ ਹੱਥਾਂ ਤੋਂ ਤੇਲ ਆ ਜਾਊਗਾ, ਗੋਲਡ ਡਸਟ ਆ ਜਾਊਗੀ। ਇਦਾਂ ਦੇ ਪਖੰਡ ਆ ਬਾਈਬਲ ਦੇ ਵਿੱਚ, ਬਾਹਰ ਨਿਕਲੋ ਇਦਾਂ ਦੇ ਪਖੰਡਾਂ ਚੋਂ। ਬਾਈਬਲ 'ਚ ਕਿਤੇ ਨਹੀਂ ਲਿਖਿਆ ਹੋਇਆ ਇਦਾਂ ਦੇ ਕੰਮ। ਇਹ ਮੈਲ ਕੱਢੋ ਅੰਦਰੋਂ, ਇਹ ਮੈਲ ਆ ਪੜਦਾ ਵਾ ਅੱਖਾਂ ਦੇ ਮੂਹਰੇ ਪਾਇਆ ਹੋਇਆ ਸ਼ੈਤਾਨ ਨੇ। ਅੱਜ ਪਰਮੇਸ਼ਰ ਰੋਂਦਾ ਪਿਆ ਵਾ ਉਹਨਾਂ ਪਾਸਟਰਾਂ ਦੇ ਕੋਲ ਖੜਾ ਰੋਂਦਾ ਜਿਹੜੇ ਪਾਸਟਰ ਇਦਾਂ ਦੇ ਪਖੰਡ ਕਰਦੇ ਪਏ ਆ। ਉਹਨਾਂ ਨਬੀਆਂ ਦੇ ਕੋਲ ਖੜਾ ਪਰਮੇਸ਼ਰ ਰੋਣ ਡਿਆ ਜਿਹੜੇ ਨਬੀ ਪਰਮੇਸ਼ਰ ਦੇ ਨਾਮ ਦਾ ਪਖੰਡ ਕਰਨ ਡਿਆ। ਉਹ ਦੁਨੀਆ ਤੇ ਜਿਹੜੀ ਤਬਾਹ ਹੋਣੀ ਆ ਸਾਡੇ ਲੋਕਾਂ ਨੇ ਪਹਿਲੇ ਤਬਾਹ ਕਰਾ ਦੇਣੀ ਆ। ਤੁਹਾਨੂੰ 40 ਦਿਨ ਮਿਲੇ ਆ, ਇਹਨਾਂ 40 ਦਿਨਾਂ ਵਿੱਚ ਤੌਬਾ ਕਰ ਸਕਦੇ ਆ, ਆਪਣੇ ਅੰਦਰੋਂ ਮੈਲ ਕੱਢ ਸਕਦੇ ਆ, ਘਰ ਨੂੰ ਸਾਫ਼ ਕਰਦੇ ਆ। ਵੀ ਪਤਾ ਰਿਸ਼ਤੇਦਾਰ ਨੇ ਆਉਣਾ, ਵਧੀਆ ਗਲੀਚੇ ਵਿਛਾਉਨੇ ਆ, ਕੱਪੜੇ ਵਿਛਾਉਨੇ ਆ, ਚਾਦਰਾਂ ਨਵੀਆਂ ਵਿਛਾਉਨੇ ਆ, ਸਫਾਈ ਕਰਦੇ ਆ, ਧੋਨੇ ਆ, ਫਰਨੈਲ ਨਾਲ ਫਰਸ਼ ਨੂੰ ਸਫਾਈ ਰੱਖਦੇ ਆ ਵੀ ਸਾਡੇ ਰਿਸ਼ਤੇਦਾਰ ਨੇ ਆਉਣਾ, ਗੈਸਟ ਨੇ ਆਉਣਾ। ਓਏ ਜਿੱਥੇ ਸਾਡੇ ਮਾਲਕ ਨੇ ਜਿਹੜਾ ਜ਼ਮੀਨ ਦਾ ਸਵਰਗ ਦਾ ਮਾਲਕ ਯਿਸੂ ਮਸੀਹ ਨੇ ਆਉਣਾ, ਉਹਦੀ ਕਿਉਂ ਨਹੀਂ ਸਫਾਈ ਕਰਦੇ? ਸਫਾਈ ਕਰੋ ਅੰਦਰੋਂ। ਜਿੱਥੇ ਮੇਰੇ ਬਾਪ ਪਰਮੇਸ਼ਵਰ ਯਿਸੂ ਮਸੀਹ ਨੇ ਆਉਣਾ ਵਾ। ਹਾਲੇਲੂਇਆ, तारीफ करो यीशु मसीह दे ਲਈ। धन्यवाद यीशु। रब सखेंद्रिया ला रब नम नम सखे ओंद्रिया ला रबे रब नम सखे ला रबे। हालेलुया। जिथे यीशु मसीह ने आके रहना उथे क्यों नहीं सफाई करते? ਧੌਣ ਰਗੜ ਰਗੜ ਕੇ ਨਹਾਉਂਦੇ ਆ, ਕੰਨਾਂ ਪਿੱਛੋਂ, ਕੂਣੀਆਂ ਤੋਂ, ਬਾਹਾਂ ਤੋਂ, ਚੈਸਟ ਤੋਂ ਮੈਲ ਲਾਉਂਦੇ ਆ, ਪੈਰਾਂ ਤੋਂ ਮੈਲ ਲਾਉਂਦੇ ਆ।
ਓਏ ਅੰਦਰੋਂ ਕਿਉਂ ਨਹੀਂ ਮੈਲ ਕੱਢਦੇ? ਜਿੱਥੇ ਯਿਸੂ ਮਸੀਹ ਨੇ ਰਹਿਣਾ, ਜਿੱਥੇ ਯਿਸੂ ਮਸੀਹ ਨੇ ਆ ਕੇ ਵਾਸ ਕਰਨਾ, ਜਿਹੜਾ ਭਵਨ ਯਿਸੂ, ਉਹਦੀ ਕਿਉਂ ਨਹੀਂ ਸਫਾਈ ਕਰਦੇ? ਸਫਾਈ ਕਰੋ ਅੱਜ ਉਹਦੇ ਲਹੂ ਦੇ ਨਾਲ, ਕਲਾਮ ਦੇ ਨਾਲ, ਪਵਿੱਤਰ ਆਤਮਾ ਦੇ ਨਾਲ। ਕਿਉਂਕਿ ਸੰਤ ਪਤਰਸ ਕੀ ਕਹਿੰਦਾ, ਸੁਣੋ ਧਿਆਨ ਨਾਲ। ਪਹਿਲਾ ਪਤਰਸ ਪਹਿਲਾ ਭਾਗ, ਧਿਆਨ ਨਾਲ ਕੀ ਕਹਿ ਰਿਹਾ। ਪਹਿਲਾ ਪਤਰਸ ਪਹਿਲਾ ਭਾਗ ਉਹਦੀ 15 ਆਇਤ। ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਤਿਵੇਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। 16 ਆਇਤ ਪੜਾਂਗਾ। ਕਿਉਂ ਜੋ ਲਿਖਿਆ ਹੋਇਆ ਹੈ, ਭਾਈ ਤੁਸੀਂ ਪਵਿੱਤਰ ਬਣੋ ਇਸੇ ਲਈ ਜੋ ਮੈਂ ਪਵਿੱਤਰ ਹਾਂ। ਤੁਹਾਨੂੰ ਯਿਸੂ ਮਸੀਹ ਪਵਿੱਤਰ ਬਣਾਉਣਾ ਚਾਹੁੰਦਾ, ਕਿਉਂਕਿ ਸਾਡਾ ਯਿਸੂ ਮਸੀਹ ਪਵਿੱਤਰ ਆ। ਜੇ ਸਾਡਾ ਪਰਮੇਸ਼ਵਰ ਪਵਿੱਤਰ ਹੈ ਤਾਂ ਸਾਨੂੰ ਵੀ ਪਵਿੱਤਰ ਬਣਨਾ ਪੈਣਾ। ਜੇ ਅਸੀਂ ਪਵਿੱਤਰ ਨਹੀਂ ਬਣ ਸਕਦੇ ਸੀ ਨਾ ਤਾਂ ਬਾਈਬਲ 'ਚ ਨਹੀਂ ਸੀ ਲਿਖਿਆ ਹੋਣਾ। ਕਈ ਲੋਕ ਕਹਿੰਦੇ ਨਾ ਕੋਈ ਵੀ ਪਵਿੱਤਰ ਨਹੀਂ ਬਣ ਸਕਦਾ, ਪਰ ਬਾਈਬਲ 'ਚ ਲਿਖਿਆ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ ਤਿਵੇਂ ਤੁਸੀਂ ਪਵਿੱਤਰ ਬਣੋ। ਪਵਿੱਤਰ ਬਣਨ ਦੀ ਕੋਸ਼ਿਸ਼ ਤਾਂ ਕਰੋ, ਬੁਰਾਈਆਂ ਨੂੰ ਤਾਂ ਛੱਡੋ। ਇਹ ਬਿਜ਼ਨਸ ਨੂੰ, ਚਰਚ ਅੱਜ ਕਈ ਪਾਸਟਰ ਇਸ ਲਈ ਬਣ ਰਹੇ ਬਿਜ਼ਨਸ ਲਈ। ਮਾਫ ਕਰਨਾ, ਸਾਰੇ ਨਹੀਂ ਕਹਿ ਰਿਹਾ। ਅੱਜ ਬਹੁਤ ਖਾਦਮ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਕੰਮ ਬੇਦਾਰੀ ਨਾਲ ਕੀਤਾ। ਪੰਜਾਬ ਵਿੱਚ, ਪਾਕਿਸਤਾਨ ਵਿੱਚ, ਇੰਡੀਆ 'ਚ, ਹੋਰ ਕਈ ਕੰਟਰੀ 'ਚ ਬਹੁਤ ਬੇਦਾਰੀ ਲੈ ਕੇ ਆਂਦੀ ਕਈਆਂ ਪਾਸਟਰਾਂ ਨੇ। ਮੇਰਾ ਸਲੂਟ ਹੈ ਉਹਨਾਂ ਨੂੰ। ਪ੍ਰਭੂ ਉਹਨਾਂ ਨੂੰ ਬਹੁਤ ਬਰਕਤ ਦੇਵੇ, ਬਹੁਤ ਬੁਲੰਦੀ ਤੇ ਪਹੁੰਚਾਵੇ। ਔਰ ਮੇਰੇ ਲਈ ਵੀ ਦੁਆ ਕਰਦੇ ਰਹਿਣਾ ਵੀ ਮੈਂ ਵੀ ਕਦੀ ਬਿਜ਼ਨਸ ਨਾ ਕਰਾਂ ਪ੍ਰਭੂ ਦੇ ਕੰਮਾਂ ਵਿੱਚ। ਰੂਹ ਤੇ ਸੱਚਾਈ ਨਾਲ ਚੱਲਾਂ, ਭਾਵੇਂ ਭੁੱਖਾ ਕਿਉਂ ਨਾ ਰਹਿਣਾ ਪਵੇ। ਖੁਦਾ ਦਾ ਕੰਮ ਕਰਾਂ ਸ਼ੌਂਕ ਨਾਲ ਮੈਂ ਸੇਵਕਾਈ ਕਰ ਰਿਹਾ ਵਾਂ। ਮੈਨੂੰ ਸ਼ੌਂਕ ਹੈ ਪ੍ਰਭੂ ਦੇ ਕੰਮ ਕਰਨ ਦਾ। ਹਾਲੇਲੂਇਆ। ਤੇ ਜਦ ਤੱਕ ਧਰਤੀ ਤੇ ਰਹੂੰਗਾ ਐਦਾਂ ਹੀ ਰਹੂੰਗਾ, ਸਿੱਧਾ ਸਟ੍ਰੇਟ। ਹਾਲੇਲੂਇਆ। ਪੰਜਾਬੀ ਇਸ ਲਈ ਬੋਲਦਾ, ਮੇਰੀ ਮਾਂ ਬੋਲੀ ਆ, ਤੇ ਸਿੱਧਾ ਵਚਨ ਇਸ ਲਈ ਸੁਣਾਉਣਾ, ਇਹ ਮੇਰੇ ਪੇ ਦੀ ਬੋਲੀ ਆ, ਪ੍ਰਭੂ ਯਿਸੂ ਮਸੀਹ ਦੀ ਬੋਲੀ ਆ। ਹਾਲੇਲੂਇਆ। ਇਸ ਲਈ ਥੋੜੀ ਜਿਹੀ ਕਈਆਂ ਨੂੰ ਕੌੜੀ ਲੱਗਦੀ ਆ। ਹਾਲੇਲੂਇਆ। ਪਵਿੱਤਰ ਬਣੋ, ਮੈਲ ਕੱਢੋ ਆਪਣੇ ਅੰਦਰੋਂ। ਗੱਲ ਦੇ ਉੱਤੇ ਅਸੀਂ ਗਾਲ ਕੱਢਦੇ ਆ, ਇਹ ਮੈਲ ਆ ਤੁਹਾਡੇ ਅੰਦਰ। ਗੱਲ ਤੇ ਝੂਠ ਬੋਲਦੇ ਆ, ਇਹ ਮੈਲ ਆ। ਹੱਲੇ ਵੀ ਅਸੀਂ ਵਿਆਹ ਤੋਂ ਬਾਅਦ ਵੀ ਹੋਰ ਐਕਸਟਰਾ ਅਫੇਅਰ ਵਿੱਚ ਆ, ਇਹ ਮੈਲ ਆ ਸਾਡੇ ਅੰਦਰ। ਕਿਉਂਕਿ ਅਸੀਂ ਮਸੀਹ ਦਾ ਭਵਨ ਆ, ਅਸੀਂ ਮਸੀਹ ਦਾ ਅੰਗ ਆ। ਤੇ ਬਾਈਬਲ ਦੇ ਵਿੱਚ ਹੀ ਲਿਖਿਆ ਵੀ ਤੂੰ ਮਸੀਹ ਦੇ ਅੰਗ ਨੂੰ ਕੰਜਰੀ ਬਣਨ ਲਈ ਦੇ ਦੇਵੇਂ। ਜਦੋਂ ਅਸੀਂ ਕਿਸੇ ਨਾਲ ਸੰਗ ਕਰਦੇ ਆਂ, ਵਿਚਾਰ ਕਰਦੇ ਆਂ, ਅਸੀਂ ਪਰਮੇਸ਼ਰ ਦੇ ਭਵਨ ਨੂੰ ਭ੍ਰਿਸ਼ਟ ਕਰਦੇ ਆਂ। ਜਦੋਂ ਮੇਰਾ ਭਵਨ ਹੀ ਪਰਮੇਸ਼ਰ ਦਾ ਬਦਨ ਆ, ਇਹ ਭਵਨ ਆ ਪਰਮੇਸ਼ਰ, ਇਹਦੇ ਅੰਦਰ ਪਵਿੱਤਰ ਆਤਮਾ, ਇਹਦੇ ਅੰਦਰ ਪ੍ਰਭੂ ਯਿਸੂ ਮਸੀਹ ਆ। ਜਦੋਂ ਮੈਂ ਆਪਣੀ ਔਰਤ ਤੋਂ ਇਲਾਵਾ ਕਿਸੇ ਹੋਰ ਔਰਤ ਨਾਲ ਸੰਗ ਕਰੂੰਗਾ, ਫਿਜ਼ੀਕਲ ਰਿਲੇਸ਼ਨ ਬਣਾਉਂਗਾ, ਤਾਂ ਮੈਂ ਪਰਮੇਸ਼ਰ ਦੇ ਭਵਨ ਨੂੰ ਭ੍ਰਿਸ਼ਟ ਕਰਦਾ ਪਿਆ ਵਾਂ। ਜੇ ਮੈਂ ਇਹਨਾਂ ਅੱਖਾਂ ਨਾਲ ਕਿਸੇ ਔਰਤ ਨੂੰ ਗਲਤ ਦੇਖ ਕੇ ਮਨ ਵਿੱਚ ਵਿਚਾਰ ਲੈ ਕੇ ਆ ਰਿਹਾ, ਤਾਂ ਮੈਂ ਪਰਮੇਸ਼ਰ ਦੇ ਭਵਨ ਨੂੰ ਭ੍ਰਿਸ਼ਟ ਕਰਦਾ ਪਿਆ ਵਾਂ। ਮੈਂ ਜੋ ਅੰਦਰੋਂ ਗੰਦਗੀ ਬਾਹਰ ਕੱਢਦਾ ਪਿਆ ਆਪਣੀ ਜੀਭ ਦੇ ਰਾਹੀਂ, ਉਹਦੇ ਨਾਲ ਮੈਂ ਪਰਮੇਸ਼ਰ ਦੇ ਭਵਨ ਨੂੰ ਭ੍ਰਿਸ਼ਟ ਕਰਦਾ ਪਿਆ ਵਾਂ, ਨਾਸ ਕਰਦਾ ਵਾਂ ਮੈਂ ਉਹਦੇ ਦੁਆਰਾ ਪਰਮੇਸ਼ਰ ਦੇ ਭਵਨ ਨੂੰ। ਤਾਂ ਹਲੇ ਕਹਿ ਦਿੰਦੇ ਜੀ ਅਸੀਂ ਬਹੁਤ ਹੀ ਪਵਿੱਤਰ ਆ। 8 ਘੰਟੇ ਮੈਂ ਦੁਆ ਕਰਦਾ, ਮੈਂ ਸਾਰੀ ਰਾਤ ਦੁਆ ਕਰਦਾ। ਸਾਰੀ ਰਾਤ ਦੁਆ ਕਰਕੇ ਕੀ ਕਰਦਾ ਤੂੰ? ਲੋਕਾਂ ਦੀ ਨਿੰਦਿਆ ਕਰਦਾ, ਚੁਗਲੀ ਕਰਦਾ, ਝੂਠ ਬੋਲਦਾ, ਹੇਰਾ ਫੇਰੀ ਕਰਦਾ, ਰੱਬ ਦੇ ਕੰਮਾਂ ਤੋਂ ਬਿਜ਼ਨਸ ਕਰਦਾ, ਪਰਮੇਸ਼ਰ ਦੇ ਕੰਮਾਂ ਦਾ ਵਪਾਰ ਕਰਦਾ। ਮੈਲ ਕੱਢੋ ਆਪਣੇ ਅੰਦਰੋਂ, ਪਾਪ ਦੀ, ਗੁਨਾਹ ਦੀ, ਹਰਾਮਕਾਰੀ, ਲੁੱਚਪੁਣੇ ਦੀ, ਇਹ ਮੈਲ ਨੂੰ ਕੱਢੋ। ਪਵਿੱਤਰ ਬਣੋ ਜਿੱਦਾਂ ਸਾਡਾ ਸੱਦਣ ਵਾਲਾ ਪਵਿੱਤਰ ਆ। ਤੇ ਸਾਨੂੰ ਕਿਹਨੇ ਸੱਦਿਆ? ਪ੍ਰਭੂ ਯਿਸੂ ਮਸੀਹ ਨੇ। ਉਹ ਪਵਿੱਤਰ ਮੈਨ ਆ, ਕਿਉਂਕਿ ਕਲਾਮ 'ਚ ਲਿਖਿਆ ਹੋਇਆ। ਪਿਲਾਤੂਸ ਕਹਿੰਦਾ ਇਹਨੇ ਤਾਂ ਕੋਈ ਪਾਪ ਵੀ ਨਹੀਂ ਕੀਤਾ, ਮੈਨੂੰ ਇਹਦੇ 'ਚ ਕੋਈ ਪਾਪ ਨਹੀਂ ਨਜ਼ਰ ਆ ਰਿਹਾ। ਇੱਥੋਂ ਤੱਕ ਕਿ ਜਿਹਨੇ ਸਜ਼ਾ ਦਿੱਤੀ ਉਹ ਵੀ ਯਿਸੂ ਮਸੀਹ ਨੂੰ ਪਵਿੱਤਰ ਕਹਿ ਰਿਹਾ ਸੀ ਵੀ ਇਹ ਪਵਿੱਤਰ ਬੰਦਾ ਵਾ, ਇਹਨੇ ਕੋਈ ਪਾਪ ਨਹੀਂ ਕੀਤਾ। ਤਾਂ ਮੈਨੂੰ ਤੁਸੀਂ ਦੱਸੋ ਵੀ ਯਿਸੂ ਮਸੀਹ ਇੱਕ ਪਵਿੱਤਰ ਆਦਮੀ, ਪਵਿੱਤਰ ਸਾਡਾ ਪਰਮੇਸ਼ਵਰ ਜਿਹੜਾ ਮਨੁੱਖ ਦੇ ਰੂਪ 'ਚ ਆਇਆ, ਤੇ ਉਹ ਵੀ ਸਾਨੂੰ ਪਵਿੱਤਰ ਬਣਨ ਲਈ ਕਹਿ ਰਿਹਾ। ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਦੁਨੀਆ ਉੱਤੇ ਜੀ ਅਸੀਂ ਕਿੱਦਾਂ ਪਵਿੱਤਰ ਹੋਈਏ। ਯਿਸੂ ਮਸੀਹ ਦੁਨੀਆ ਉੱਤੇ ਆਇਆ, ਉਹਨੇ ਪਵਿੱਤਰ ਬਣ ਕੇ ਦਿਖਾਇਆ।
ਸਾਡੇ ਸਾਹਮਣੇ ਉਹ ਕਦਮ, ਉਹ ਨਿਸ਼ਾਨ, ਉਹ ਪੈੜ ਛੱਡ ਕੇ ਗਿਆ ਤੇ ਉਹਨਾਂ ਕਦਮਾਂ ਨਿਸ਼ਾਨਾਂ ਦੇ ਉੱਤੇ ਅਸੀਂ ਤੁਰਨਾ, ਮਤਲਬ ਕਿ ਉਹਨਾਂ ਗੱਲਾਂ ਨੂੰ ਫੋਲੋ ਕਰਨਾ ਜਿਹੜੀਆਂ ਗੱਲਾਂ ਸਾਨੂੰ ਯਿਸੂ ਮਸੀਹ ਕਹਿ ਰਿਹਾ, ਤਾਂ ਫਿਰ ਅਸੀਂ ਪਵਿੱਤਰ ਬਣ ਸਕਦੇ ਹਾਂ। ਉਹ ਗੱਲਾਂ ਕਲਾਮ ਆ, ਉਹਦੇ ਕਲਾਮ ਨੂੰ ਫੋਲੋ ਕਰੂਗੇ, ਪਵਿੱਤਰ ਬਣੋਗੇ। ਹਾਲੇਲੂਇਆ। ਤੇ ਮੈਲ ਨੂੰ ਕੱਢਣਾ ਆਪਣੇ ਅੰਦਰੋਂ। ਜਦੋਂ ਮੈਲ ਨੂੰ ਕੱਢੋਗੇ ਤਾਂ ਪਵਿੱਤਰ ਬਣੋਗੇ, ਕਿਉਂਕਿ ਪਰਮੇਸ਼ਰ ਤੁਹਾਡਾ ਰੰਗ ਨਹੀਂ ਦੇਖਦਾ, ਤੁਹਾਡਾ ਰੂਪ ਨਹੀਂ ਦੇਖਦਾ, ਤੁਸੀਂ ਸੋਹਣੇ ਆ ਜਾਂ ਗੋਰੇ ਆ ਜਾਂ ਕਾਲੇ ਆ। ਵੀ ਪਰਮੇਸ਼ਰ ਕਾਲਿਆਂ ਨੂੰ ਪਸੰਦ ਨਹੀਂ, ਓਏ ਪਰਮੇਸ਼ਰ ਰੰਗ ਨਹੀਂ ਦੇਖਦਾ, ਪਰਮੇਸ਼ਰ ਤੁਹਾਡੇ ਕੱਪੜੇ ਵੀ ਨਹੀਂ ਦੇਖਦਾ। ਠੀਕ ਆ, ਪਰਸਨੈਲਿਟੀ ਕੱਢ ਕੇ ਰੱਖੋ, ਨਹਾਵੋ ਧੋਵੋ, ਆਪਣੇ ਆਪ ਨੂੰ ਸੋਹਣੇ ਬਣਾ ਕੇ ਰੱਖੋ, ਵਧੀਆ ਹਾਲਾਤਾਂ ਵਿੱਚ ਰਵੋ। ਪਰਮੇਸ਼ਰ ਦੇਖਦਾ ਵੀ ਹਾਂ ਵੀ ਸੋਹਣੇ ਬਣੇ ਹੋਏ ਆ। ਪਰ ਇਹਦਾ ਮਤਲਬ ਇਹ ਥੋੜਾ ਵੀ ਜੇ ਕਾਲਾ ਵਾ ਬੰਦਾ ਕਵੇ ਮੈਂ ਨਹੀਂ ਜੀ ਮੈਨੂੰ ਸ਼ਾਇਦ ਪਰਮੇਸ਼ਰ ਪਿਆਰ ਨਹੀਂ ਕਰਦਾ, ਮੈਂ ਤਾਂ ਕਾਲਾ, ਵੀ ਜਾਂ ਮੈਂ ਮੋਟਾ ਵਾਂ ਮੈਨੂੰ ਪਰਮੇਸ਼ਰ ਪਿਆਰ ਨਹੀਂ ਕਰਦਾ, ਜਾਂ ਮੈਂ ਬਹੁਤ ਪਤਲਾ, ਉਹ ਪਰਮੇਸ਼ਰ ਸਭ ਨੂੰ ਪਿਆਰ ਕਰਦਾ। ਔਰ ਗੌਰ ਨਾਲ ਇੱਕ ਕਲਾਮ ਨੂੰ ਸੁਣੋ, ਪਹਿਲਾ ਸੈਮੂਅਲ 16 ਭਾਗ ਉਹਦੀ 7 ਹੈ। ਪਰ ਯਹੋਵਾ ਨੇ ਸੈਮੂਅਲ ਨੂੰ ਆਖਿਆ ਉਹਦੇ ਮੂੰਹ ਉੱਤੇ ਅਤੇ ਉਹਦੇ ਲਮੂਨ ਵੱਲ ਨਾ ਵੇਖ, ਮਤਲਬ ਕਿ ਲੰਬਾਈ ਵੱਲ ਨਾ ਵੇਖ, ਕਿਉਂ ਜੋ ਉਹਨੂੰ ਮੈਂ ਨਹੀਂ ਮੰਨਿਆ। ਯਹੋਵਾ ਮਨੁੱਖ ਵਾਂਗ ਨਹੀਂ ਵੇਖਦਾ, ਮਨੁੱਖ ਤਾਂ ਬਾਹਰਲਾ ਰੂਪ ਦੇਖਦਾ, ਪਰ ਯਹੋਵਾ ਹਿਰਦੇ ਨੂੰ ਵੇਖਦਾ। ਯਿਸੂ ਮਸੀਹ ਪਰਮੇਸ਼ਵਰ ਯਹੋਵਾ ਸਾਡਾ ਦਿਲ ਦੇਖਦਾ, ਉਹ ਸਾਡਾ ਰੰਗ ਰੂਪ ਨਹੀਂ ਦੇਖਦਾ, ਉਹਨੇ ਤੁਹਾਡਾ ਦਿਲ ਦੇਖਣਾ। ਜੇ ਤੁਹਾਡਾ ਦਿਲ ਸਾਫ਼ ਆ, ਦਿਲ ਵਿੱਚ ਮੈਲ ਨਹੀਂ ਆ, ਤਾਂ ਪਰਮੇਸ਼ਰ ਤੁਹਾਡੇ ਦਿਲ ਵਿੱਚ ਅੱਜ ਹੀ ਆਵੇਗਾ, ਤੁਹਾਡੇ ਮਨਾਂ ਵਿੱਚ ਆਵੇਗਾ, ਤੁਹਾਡੇ ਬਦਨ ਵਿੱਚ ਆਵੇਗਾ। ਆਮੀਨ। ਆਪਣੇ ਮਨ ਦੀ ਸਫਾਈ ਕਰੋ, ਆਪਣੇ ਗੁਨਾਹਾਂ ਤੋਂ ਤੌਬਾ ਕਰੋ। ਸਫਾਈ ਕਰਨ ਨੂੰ ਮਤਲਬ ਕੀ, ਤੁਸੀਂ ਕਿਤੇ ਅੰਦਰ ਕਿਤੇ ਫਰਨੈਲ ਥੋੜੋ ਪੀ ਲੈਣੀ ਆ ਵੀ ਸਫਾਈ ਮਤਲਬ ਤੌਬਾ ਕਰਨੀ ਆਪਣੇ ਗੁਨਾਹ ਤੋਂ, ਪਾਪਾਂ ਤੋਂ, ਬਦੀਆਂ ਤੋਂ, ਮਾਫੀ ਮੰਗਣੀ ਪਰਮੇਸ਼ਰ ਤੋਂ। ਜੋ ਵੀ ਮੈਂ ਗਲਤ ਬੋਲਿਆ, ਗਲਤ ਸੁਣਿਆ, ਗਲਤ ਦੇਖਿਆ, ਜੋ ਮੈਂ ਗਲਤੀਆਂ ਕੀਤੀਆਂ, ਪ੍ਰਭੂ ਜੀ ਮੈਨੂੰ ਮਾਫ ਕਰ। ਤੇ ਕਲਾਮ ਨੂੰ ਪੜ੍ਹਨਾ, ਤਾਂ ਦੇਖੋ ਜੇ ਤੁਸੀਂ ਵਿਸ਼ਵਾਸ ਕਰੋਗੇ ਯਿਸੂ ਮਸੀਹ ਦੇ ਉੱਤੇ, ਤੁਹਾਡੇ ਅੰਦਰੋਂ ਮੈਲ ਨਿਕਲ ਜਾਊਗੀ, ਅੰਦਰ ਸਫਾਈ ਹੋਊਗੀ। ਜਿੱਥੇ ਸਫਾਈ ਆ ਉੱਥੇ ਖੁਦਾਈ ਆ। ਮੇਰਾ ਖੁਦਾ, ਮੇਰਾ ਯਿਸੂ ਮਸੀਹ ਸਾਡੇ ਜੀਵਨਾਂ ਦੇ ਵਿੱਚ ਆਊਗਾ, ਤੁਹਾਡੇ ਜੀਵਨ ਤੋਂ ਪ੍ਰਭੂ ਯਿਸੂ ਮਸੀਹ ਲੋਕਾਂ ਨੂੰ ਨਜ਼ਰ ਆਊਗਾ। ਆਮੀਨ। ਇਸ ਵਚਨ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ। ਆਮੀਨ। ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ। ਔਰ ਜਿੰਨੇ ਵੀ ਤੁਸੀਂ ਕਲਾਮ ਨੂੰ ਸੁਣਿਆ, ਮੇਰਾ ਵਿਸ਼ਵਾਸ ਆ ਅੱਜ ਤੁਸੀਂ ਆਪਣੇ ਅੰਦਰੋਂ ਮੈਲ ਨੂੰ ਕੱਢੋਗੇ। ਇਹ 40 ਦਿਨ ਦਿੱਤੇ ਨੇ ਪਰਮੇਸ਼ਰ ਨੇ ਤੁਹਾਨੂੰ ਮੈਲ ਕੱਢਣ ਲਈ। 21 ਦਿਨ ਪਹਿਲਾਂ ਮਿਲੇ ਸੀ, 19 ਦਿਨ ਹੁਣ, 21 ਤੇ 19 40 ਦਿਨ, ਤੇ 40 ਦਿਨ ਸਾਡੇ ਅੰਦਰ ਪਰਿਵਰਤਨ ਲਿਆਉਣ ਲਈ ਆ, ਬਦਲਾਵ ਲਿਆਉਣ ਲਈ ਆ। ਬਦਲਾਵ ਹੋਣਾ ਚਾਹੀਦਾ ਸਾਡੇ ਅੰਦਰ। ਕਲਾਮ ਨੂੰ ਪੜੋ ਤੇ ਵਿਸ਼ਵਾਸ ਕਰੋ ਯਿਸੂ ਮਸੀਹ ਦੇ ਉੱਤੇ, ਤਾਂ ਦੇਖੋ ਮੈਲ ਤੁਹਾਡੇ ਅੰਦਰੋਂ ਨਿਕਲੂਗੀ। ਇਹਨਾਂ 40 ਦਿਨਾਂ ਦੇ ਅੰਦਰ ਤੁਹਾਡੇ ਅੰਦਰੋਂ ਸਫਾਈ ਹੋਊਗੀ। ਤਾਂ ਮੇਰਾ ਵਿਸ਼ਵਾਸ ਆ ਇਹ ਕਲਾਮ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰਸਨਲ ਤਰੀਕੇ ਨਾਲ ਲਾਉਂਗੇ, ਸਫਾਈ ਕਰੋਗੇ। ਔਰ ਜੇ ਕੋਈ ਪਾਸਟਰ ਖਾਦਮ ਇਸ ਕਲਾਮ ਨੂੰ ਸੁਣ ਰਿਹਾ, ਤੇ ਜੇ ਸਾਨੂੰ ਲੱਗਦਾ ਸਾਡੇ ਅੰਦਰ ਮੈਲ ਆ, ਤਾਂ ਮੇਰਾ ਵਿਸ਼ਵਾਸ ਹੈ ਪਰਮੇਸ਼ਰ ਨੇ ਤੁਹਾਡੇ ਅੰਦਰੋਂ ਮੈਲ ਨੂੰ ਕੱਢਿਆ ਵਾ। ਚਾਹੇ ਮੈਂ ਹੀ ਕਿਉਂ ਨਾ, ਕਿਉਂਕਿ ਕਲਾਮ ਖੁਦਾ ਦਾ ਦੋ ਧਾਰੀ ਤਲਵਾਰ ਆ। ਇਹਨੇ ਮੇਰੇ ਤੇ ਵੀ ਉਨਾ ਹੀ ਅਸਰ ਕਰਨਾ ਜਿੰਨਾ ਤੁਹਾਡੇ ਲਈ ਆ, ਉਨਾ ਹੀ ਮੇਰੇ ਲਈ ਆ। ਤਾਂ ਮੈਂ ਆਪਣੀ ਵੀ ਸਫਾਈ ਕਰਦਾ ਵਾਂ ਇਸ ਕਲਾਮ ਦੇ ਦੁਆਰਾ। ਹਾਲੇਲੂਇਆ। ਦੁਆ ਕਰਾਂਗਾ ਮੈਂ ਤੁਹਾਡੇ ਲਈ। ਔਰ ਜਿੰਨੇ ਵੀ ਤੁਸੀਂ ਮੈਨੂੰ ਦੇਖਦੇ ਹੋ, ਮੈਂ ਤੁਹਾਨੂੰ ਬਹੁਤ ਬਹੁਤ ਪਿਆਰ ਕਰਦਾ, ਬਹੁਤ ਮਿਸ ਕਰਦਾ। ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇਵੇ। ਜਿਸ ਵੀ ਤੁਸੀਂ ਕੰਟਰੀ 'ਚੋਂ, ਖਾਸ ਕਰਕੇ ਇੰਡੀਆ ਤੋਂ ਬਾਹਰ ਹੋ, ਜਿੰਨੇ ਵੀ ਜਿਸ ਵੀ ਕੰਟਰੀ ਵਿੱਚ ਹੋ, ਮੇਰੇ ਵੱਲੋਂ ਬਹੁਤ ਸਾਰਾ ਤੁਹਾਡੇ ਲਈ ਪਿਆਰ। ਔਰ ਮੈਂ ਹਮੇਸ਼ਾ ਤੁਹਾਨੂੰ ਆਪਣੀ ਪਰਸਨਲ ਪ੍ਰੇਅਰ ਜਦੋਂ ਮੈਂ ਕਰਦਾ, ਉਹਦੇ ਵਿੱਚ ਤੁਹਾਡੇ ਲਈ ਦੁਆਵਾਂ ਕਰਦਾ। ਜਿੰਨੇ ਵੀ ਤੁਸੀਂ ਲਾਈਵ ਦੇਖਦੇ ਹੋ, YouTube ਤੇ Facebook ਤੇ ਦੇਖਦੇ ਹੋ, WhatsApp ਦੇ ਉੱਤੇ ਤੁਸੀਂ ਜਿੰਨੇ ਵੀ ਮੈਸੇਜ ਭੇਜਦੇ ਹੋ, ਉਹ ਸਾਰੇ ਮੈਸੇਜ ਮੇਰੇ ਤੱਕ ਪਹੁੰਚਦੇ ਆ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ। ਜਿੰਨੇ ਵੀ ਤੁਸੀਂ ਸੇਵਾ ਭੇਜਦੇ ਹੋ, ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ, ਆਸ਼ੀਸ਼ ਦੇਵੇ। ਖੁਦਾ ਦੇ ਕੰਮਾਂ ਦੇ ਲਈ ਤੁਹਾਨੂੰ ਪਰਮੇਸ਼ਰ ਇਸਤੇਮਾਲ ਕਰੇ, ਔਰ ਪਰਮੇਸ਼ਰ ਤੁਹਾਨੂੰ ਦਿਨ ਪ੍ਰਤੀ ਦਿਨ ਵਧਾਵੇ। ਔਰ ਮੈਲ ਕੱਢਣੀ ਆਪਣੇ ਅੰਦਰੋਂ ਕਲਾਮ ਦੇ ਦੁਆਰਾ, ਮਨ ਫਿਰਾਉਣਾ, ਆਪਣੀਆਂ ਗਲਤੀਆਂ ਤੋਂ, ਪਾਪਾਂ ਤੋਂ ਮਨ ਫਿਰਾਓ ਤੇ ਬਦਲਾਵ ਲੈ ਕੇ ਆਓ ਆਪਣੇ ਅੰਦਰ। ਨੀਨਵਾ ਦੇ ਲੋਕਾਂ ਨੂੰ 40 ਦਿਨ ਮਿਲੇ, 40 ਦਿਨਾਂ ਦੇ ਅੰਦਰ ਉਹਨਾਂ ਨੇ ਤੌਬਾ ਕਰ ਲਈ, 3 ਦਿਨ ਫਾਸਟਿੰਗ ਕੀਤੀ, ਬਦਲਾਵ ਲੈ ਕੇ ਆਂਦਾ। ਯਿਸੂ ਮਸੀਹ ਦੇ ਅੰਦਰ 40 ਦਿਨਾਂ ਦੇ ਅੰਦਰ ਬਦਲਾਵ ਆ ਗਿਆ। ਨੂਹ ਨਬੀ 40 ਦਿਨ ਕਿਸ਼ਤੀ ਦੇ ਅੰਦਰ ਹੈ, ਤੇ ਤੁਹਾਡੇ ਅੰਦਰ ਵੀ 40 ਦਿਨਾਂ ਦੇ ਅੰਦਰ ਬਦਲਾਵ ਹੋਣਾ ਚਾਹੀਦਾ। ਤੇ ਬਦਲਾਵ ਲੈ ਕੇ ਆਓ ਇਹਨਾਂ 40 ਦਿਨਾਂ ਦੇ ਅੰਦਰ। ਤਾਂ ਦੇਖੋ ਪਰਮੇਸ਼ਵਰ ਦੀ ਭਵਨ, ਪਰਮੇਸ਼ਵਰ ਦੀ ਹੈਕਲ ਕਿੰਨੀ ਖੂਬਸੂਰਤ ਹੋਵੇਗੀ। ਲੋਕ ਕਹਿਣਗੇ ਵਾਹ ਕੀ ਬਾਤ ਹੈ ਯਾਰ, ਤੇਰੇ ਅੰਦਰ ਸਾਨੂੰ ਪਰਮੇਸ਼ਵਰ ਦੀ ਝਲਕ ਨਜ਼ਰ ਆਉਂਦੀ ਆ। ਸਾਡੇ ਉੱਠਣ ਤੋਂ, ਬੈਠਣ ਤੋਂ, ਬੋਲਣ ਤੋਂ, ਸੁਣਨ ਤੋਂ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ, ਵਡਿਆਈ ਮਿਲਣੀ ਚਾਹੀਦੀ ਆ। ਹਾਲੇਲੂਇਆ। ਦੁਆ ਕਰਾਂਗੇ।
ਸਰਬਸ਼ਕਤੀਮਾਨ ਪਰਮੇਸ਼ਵਰ ਤੂੰ ਮਹਿਮਾ ਔਰ ਆਦਰ ਦੇ ਯੋਗ ਹੈ। ਖੁਦਾਵੰਦ ਯਿਸੂ ਮਸੀਹ ਜੀ ਜਿੰਨੇ ਵੀ ਮੇਰੇ ਭਾਈ ਭੈਣ ਖੁਦਾਵੰਦ ਜੀ ਇਸ ਸਮੇਂ ਕਲਾਮ ਨੂੰ ਸੁਣ ਰਹੇ ਨੇ, ਸਭ ਤੇ ਦਇਆ ਔਰ ਕਿਰਪਾ ਫਜ਼ਲ ਕਰ। ਜਿਨ੍ਹਾਂ ਨੇ ਕਲਾਮ ਨੂੰ ਸੁਣਿਆ ਤੇ ਆਪਣੇ ਮਨਾਂ ਦੇ ਵਿੱਚੋਂ ਇਸ ਮੈਲ ਨੂੰ ਕੱਢਿਆ, ਜਿਹੜੀ ਮੈਲ ਖੁਦਾਵੰਦ ਜੀ ਇਹਨਾਂ ਦੇ ਅੰਦਰ ਆ, ਅੱਜ ਤੋਂ ਹੀ ਪ੍ਰਭੂ ਇਹ ਮੈਲ ਸਾਰੀ ਖਤਮ ਹੋ ਜਾਵੇ। ਅੱਜ ਤੋਂ ਤੂੰ ਪ੍ਰਭੂ ਯਿਸੂ ਮਸੀਹ ਜੀ ਇਹਨਾਂ ਦੇ ਉੱਤੇ ਰੋਵੇਂ ਨਾ। ਅੱਜ ਤੋਂ ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਤੂੰ ਆਨੰਦ ਨਾਲ ਦੇਖੇ, ਇੱਕ ਖੁਸ਼ੀ ਨਾਲ ਦੇਖੇ, ਔਰ ਖੁਸ਼ੀ ਇਹਨਾਂ ਦੀ ਜ਼ਿੰਦਗੀ 'ਚ ਆਨੰਦ, ਪ੍ਰੇਮ, ਧੀਰਜ, ਭਲਾਈ, ਵਫਾਦਾਰੀ, ਨਰਮਾਈ, ਸੰਜਮ ਇਹਨਾਂ ਦੀ ਜ਼ਿੰਦਗੀ 'ਚ ਨਜ਼ਰ ਆਵੇ ਮੇਰੇ ਖੁਦਾਵੰਦ ਯਿਸੂ ਮਸੀਹ ਜੀ। ਕਿਉਂਕਿ ਜਿਸ ਤਰ੍ਹਾਂ ਤੂੰ ਸ਼ਹਿਰ ਨੂੰ ਦੇਖ ਕੇ ਰੋਇਆ, ਅੱਜ ਖੁਦਾਵੰਦ ਯਿਸੂ ਮਸੀਹ ਜੀ ਮੇਰੀ ਦੁਆ ਇਹਨਾਂ ਲੋਕਾਂ ਨੇ ਜਦੋਂ ਆਪਣੇ ਅੰਦਰੋਂ ਮੈਲ ਕੱਢੀ, ਤੂੰ ਇਹਨਾਂ ਨੂੰ ਦੇਖ ਕੇ ਰੋਵੇ ਨਾ, ਸਗੋਂ ਇਹਨਾਂ ਨੂੰ ਦੇਖ ਕੇ ਆਨੰਦ ਹੋਵੇ। ਔਰ ਮੇਰੇ ਪਰਮੇਸ਼ਵਰ ਮੇਰੀ ਦੁਆ ਇਹਨਾਂ ਦੇ ਅੰਦਰੋਂ ਮੈਲ ਨੂੰ ਕੱਢ ਦੇ, ਆਪਣੇ ਕਲਾਮ ਨਾਲ, ਆਪਣੇ ਲਹੂ ਦੇ ਨਾਲ ਤੇਰਾ ਰੂਹ ਪਾ ਕੇ ਇਹਨਾਂ ਦੀ ਅਗਵਾਈ ਕਰੇ, ਤੇਰਾ ਮਸਾ ਇਹਨਾਂ ਨੂੰ ਛੂਏ। ਉਹ ਜਿੰਨੇ ਵੀ ਬਿਮਾਰ ਨੇ, ਦੁਖੀ ਨੇ, ਇਸ ਟਾਈਮ ਸੁਣ ਰਹੇ ਨੇ ਇਸ ਪ੍ਰੇਅਰ ਨੂੰ, ਮੇਰੀ ਦੁਆ ਇਸ ਸਮੇਂ ਛੂ ਕੇ ਚੰਗਾ ਕਰ। ਜਿਹੜੇ ਪਤੀ ਪਤਨੀ ਖੁਦਾਵੰਦ ਜੀ ਬਿਮਾਰ ਨੇ, ਪਰੇਸ਼ਾਨ ਨੇ, ਮਾਂ ਬਾਪ ਬਿਮਾਰ ਨੇ, ਬੱਚੇ ਬਿਮਾਰ ਨੇ, ਛੂ ਕੇ ਚੰਗਾ ਕਰ। ਔਰ ਮੇਰੀ ਦੁਆ ਜਿੰਨੇ ਵੀ ਕੋਰੋਨਾ ਵਾਇਰਸ ਦੇ ਪੀੜਤ ਨੇ ਉਹਨਾਂ ਨੂੰ ਵੀ ਛੂ ਕੇ ਚੰਗਾ ਕਰ। ਇਸ ਮਹਾਮਾਰੀ ਤੋਂ ਬਚਾ ਖੁਦਾਵੰਦ ਯਿਸੂ ਮਸੀਹ ਜੀ। ਔਰ ਮੇਰੀ ਪ੍ਰਾਰਥਨਾ ਕਲਾਮ ਦੀ ਜ਼ਿੰਦਗੀ ਵਿੱਚ 100 ਗੁਣਾ ਫਲਦਾਰ ਹੋਵੇ। ਇਹ ਦੁਆ ਯਿਸੂ ਮਸੀਹ ਦੇ ਨਾਮ 'ਚ ਪਿਤਾ ਪਰਮੇਸ਼ਵਰ ਕੋਲੋਂ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ, ਆਸ਼ੀਸ਼ ਦੇਵੇ। ਗॉड ब्लेस यू, लव यू। परमेश्वर ਤੁਹਾਨੂੰ ਬਰਕਤ ਦੇਵੇ। ਆਮੀਨ।